ਦੇ ਵਿੱਚ ਜਾਂ ਧਾਰਮਿਕ ਤੌਰ ਤੇ ਮੈਂ ਉਹਨਾਂ ਦੀਆਂ ਜ਼ਿੰਮੇਵਾਰੀ ਨਿਭਾ ਸਕਾਂ। ਮੇਰਾ ਖਿਆਲ ਹੈ ਕਿ ਆਵਾਜ਼ ਮਾਰ ਕੇ ਮੇਰੀਆਂ ਸੇਵਾਵਾਂ ਨੂੰ ਪ੍ਰਵਾਨ ਕਰਦਿਆਂ ਹੋਇਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਪਹਿਲਾ ਮੌਕਾ ਦਿੱਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਮੈਂਬਰ ਵੀ ਬਣਾਇਆ ਤੇ 2 ਵਾਰ ਮਿਨਿਸਟਰ ਬਣਨਾ, 3 ਵਾਰ MLA ਬਣਨਾ, 3 ਵਾਰੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੌਰ ਤੇ ਮੁੱਖ ਸੇਵਾਦਾਰ ਬਣਨਾ, ਇਹ ਸਾਰੀਆਂ ਜਿਹੜੀਆਂ ਮੇਰੀਆਂ ਸੇਵਾਵਾਂ ਸਨ ਉਹ ਪੰਥ ਨੇ ਪ੍ਰਵਾਨ ਕੀਤੀਆਂ। ਲੋਕ ਉਹੀ ਬਣਾਉਣਗੇ ਜਿਹੜੀ ਸਰਕਾਰ ਵਿਕਾਸ ਕਰੇਗੀ, ਜਿਹੜੀ ਸਰਕਾਰ ਲੋਕਾਂ ਦੀ ਗੱਲ ਸੁਣੇਗੀ, ਲੋਕਾਂ ਦੇ ਹਿੱਤਾਂ ਦੀ ਰਾਖੀ ਕਰੇਗੀ। ਸਰਕਾਰ ਦੇ ਕੰਮ ਇੱਕ ਸੇਵਾ ਹੁੰਦੀ ਹੈ। ਮੰਨ ਲਓ ਮੈਂ ਇਹਦੇ ਵਿੱਚ ਗਈ ਹਾਂ, ਜੇ ਸੜਕਾਂ ਬਣਾਈਆਂ, ਰਸਤੇ ਬਣਾਏ, ਸੇਵਾ। ਜੇ ਐਜੂਕੇਸ਼ਨ ਦੇ ਅਦਾਰੇ ਖੋਲਾਂਗੇ, ਸੇਵਾ। ਜੇ ਯੂਨੀਵਰਸਿਟੀਆਂ ਬਣੀਆਂ, ਸੇਵਾ। ਪੁਲ ਬਣੇ, ਚੌੜੀਆਂ ਸੜਕਾਂ ਹੋਈਆਂ, ਸੇਵਾ। ਜੇ ਅਸੀਂ ਧਰਮ ਨੂੰ ਆਧਾਰ ਮੰਨ ਕੇ ਲੋਕਾਂ ਦੀ ਸੇਵਾ ਕਰਦੇ ਹਾਂ, ਇਹ ਕੀ ਪਾਪ ਹੈ? ਕਿਉਂਕਿ ਕੈਪਟਨ ਅਮਰਿੰਦਰ ਸਿੰਘ ਉਸ ਪਾਰਟੀ ਨਾਲ ਸੰਬੰਧ ਸੀ ਜਿਸ ਪਾਰਟੀ ਦੀ ਸਰਕਾਰ ਨੇ, ਕਾਂਗਰਸ ਨੇ ਹਮੇਸ਼ਾ ਹੀ ਸਿੱਖਾਂ ਦਾ ਘਾਣ ਕੀਤਾ, ਪੰਜਾਬੀਆਂ ਦਾ ਘਾਣ ਕੀਤਾ, ਸ਼੍ਰੀ ਅਕਾਲ ਤਖ਼ਤ ਸਾਹਿਬ ਢਹਿ ਨਹੀਂ ਕੀਤਾ, ਹਰਿਮੰਦਰ ਸਾਹਿਬ 'ਚ ਗੋਲੀਆਂ ਚਲਾਈਆਂ, ਜਾਂ ਪੰਜਾਬ ਦੇ ਵਿੱਚ ਘਰ ਘਰ ਵਿੱਚ ਸਿੱਖਾਂ ਦੀਆਂ ਲਾਸ਼ਾਂ ਜਿਹੜੀਆਂ ਸੀ ਉਹ ਖਿਲਾਰ ਦਿੱਤੀਆਂ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। NRI TV ਦੇਖ ਰਹੇ ਤਮਾਮ ਦਰਸ਼ਕਾਂ ਦਾ ਇੱਕ ਵਾਰ ਫਿਰ ਸਵਾਗਤ ਹੈ। ਪੰਜਾਬ ਦੇ ਵਿੱਚ ਇਸ ਵੇਲੇ ਜਿਹੜੀਆਂ ਸਿਆਸੀ ਸੰਗਰਮੀਆਂ ਉਹ ਫਿਰ ਇੱਕ ਵਾਰ ਤੋਂ ਤੇਜ਼ ਹੋ ਗਈਆਂ ਨੇ। ਪਿਛਲੇ ਦਿਨੀ ਇੱਕ ਬਿਆਨ ਆਉਂਦਾ ਹੈ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦਾ, ਜਿਸ ਵਿੱਚ ਪੱਤਰਕਾਰਾਂ ਨੇ ਜਿਹੜਾ ਸਵਾਲ ਕੀਤਾ ਉਹਨਾਂ ਨੂੰ, ਉਹਨਾਂ ਦੇ ਸਵਾਲ ਦਾ ਉੱਤਰ ਦਿੰਦੇ ਨੇ ਕਿ ਜੇ ਖਾਲਿਸਤਾਨ ਕੇਂਦਰ ਸਰਕਾਰ ਦਿੰਦੀ ਹੈ ਤਾਂ ਉਹਨੂੰ ਲੈ ਲਿੱਤਾ ਜਾਵੇਗਾ। ਹੁਣ ਇਸ ਸਵਾਲ ਦੇ ਉੱਪਰ ਬਵਾਲ ਖੜਾ ਕੀਤਾ ਜਾ ਰਿਹਾ। ਸਾਡੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਜੀ ਮੌਜੂਦ ਨੇ। ਪੰਜਾਬ ਦੀ ਜਿਹੜੀ ਸਿਆਸਤ ਆ ਉਹਨੂੰ ਡੰਗਾਈ ਤੋਂ ਜਾਣਦੇ ਨੇ ਔਰ ਲੰਬੇ ਸਮੇਂ ਤੋਂ ਇੱਕ, ਜੇ ਆਪਾਂ ਔਰਤਾਂ ਦੇ ਪੱਖ ਤੋਂ ਦੇਖੀਏ ਤਾਂ ਪੰਜਾਬ ਦੇ ਵਿੱਚ ਇੱਕ ਵੱਡਾ ਚਿਹਰਾ ਨੇ। ਬੀਬੀ ਜੀ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬੀ ਜਿਹੜਾ ਮੈਂ ਸਵਾਲ ਕੀਤਾ ਉਹ ਸਵਾਲ ਤੋਂ ਪਹਿਲਾਂ ਮੈਂ ਤੁਹਾਨੂੰ ਵਧਾਈ ਦੇਣਾ ਚਾਹੁੰਦਾ ਕਿ ਤੁਹਾਨੂੰ ਇਸ ਤਰ੍ਹਾਂ ਅਕਾਲੀ ਦਲ ਦੀ ਫਿਰ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ ਪਾਰਟੀ ਵੱਲੋਂ ਤੀਜੀ ਵਾਰ। ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਮਿਹਰਬਾਨੀ ਜੀ, ਬਹੁਤ ਧੰਨਵਾਦ। ਪਾਰਟੀ ਨੇ ਜਦੋਂ ਵੀ ਕੋਈ ਜ਼ਿੰਮੇਵਾਰੀਆਂ ਦਿੱਤੀਆਂ, ਮੈਂ ਸਮਝਦੀ ਮੇਰਾ ਸੁਭਾਗ ਹੈ ਕਿ ਮੈਂ ਇਸ ਯੋਗ ਬਣ ਸਕਾਂ ਕਿ ਉਹ ਮੇਰੇ 'ਤੇ ਵਿਸ਼ਵਾਸ ਕਰ ਸਕਣ। ਪਹਿਲਾਂ ਵੀ ਜਿਹੜੀ ਉਹਨਾਂ ਨੇ ਮੈਨੂੰ ਜਿੱਥੇ ਜਿੱਥੇ ਵੀ ਸੇਵਾ ਦਿੱਤੀ ਹੈ ਅਤੇ ਮੈਂ ਆਪਣੇ ਤਨੋਂ ਮਨੋਂ ਜਾਨੋਂ ਦਿਲੋਂ ਹਰ ਤਰ੍ਹਾਂ ਦੇ ਨਾਲ ਕੋਸ਼ਿਸ਼ ਕੀਤੀ ਹੈ ਕਿ ਮੈਂ ਆਪਣੇ ਪੰਜਾਬ ਦੇ ਲੋਕਾਂ ਦੀ, ਮੈਂ ਆਪਣੇ ਧਾਰਮਿਕ ਅਦਾਰਿਆਂ ਦੀ, ਮੈਂ ਆਪਣੇ ਸਮਾਜ ਦੀ, ਆਪਣੇ ਦੇਸ਼ ਦੇ ਲੋਕਾਂ ਦੀ ਜਿੱਦਾਂ ਵੀ ਵੱਧ ਤੋਂ ਵੱਧ ਸੇਵਾ ਕਰ ਸਕਾਂ, ਆਪਣੀ ਜ਼ਿੰਮੇਵਾਰੀ ਨਿਭਾਵਾਂ। ਮੇਰਾ ਕਿਉਂਕਿ ਜ਼ਿੰਦਗੀ ਦਾ ਸਫ਼ਰ ਜਿਹੜਾ ਹੈ ਉਹ ਇੱਕ ਅਧਿਆਪਕਾ ਤੋਂ ਸ਼ੁਰੂ ਹੋਇਆ ਜੀ। ਅਧਿਆਪਕਾਈ ਤੌਰ ਦੇ ਉੱਤੇ ਜੇ ਮੈਂ ਵਿਚਰੀ ਹੈ ਅਤੇ ਵਾਹਿਗੁਰੂ ਨੇ ਬੜੀ ਕਿਰਪਾ ਕੀਤੀ ਹੈ ਕਿ ਸਦਾ ਹੀ ਬਹੁਤ ਵੱਡੀਆਂ ਕਾਮਯਾਬੀਆਂ ਉਹਦੇ 'ਚ ਵੀ ਹੋਈਆਂ। ਜੇ ਅੱਗੇ ਮੇਰਾ ਸਫ਼ਰ ਸ਼ੁਰੂ ਹੋਇਆ ਧਾਰਮਿਕ ਪ੍ਰਚਾਰ ਦਾ ਜਾਂ ਸਮਾਜ ਦੀ ਸੇਵਾ ਦਾ, ਬਾਬਾ ਸੰਤ ਬਾਬਾ ਪ੍ਰੇਮ ਸਿੰਘ ਦੇ ਮੁਰਾਲੇ ਵਾਲੇ ਦੇ ਸਥਾਨ ਦੇ ਉੱਤੇ, ਅਤੇ ਉਹਦੇ ਵਿੱਚ ਵੀ ਸੰਗਤਾਂ ਨੇ ਬਹੁਤ ਵੱਡੇ ਮਾਣ ਬਖਸ਼ੇ ਅਤੇ ਬਹੁਤ ਵੱਡੀਆਂ ਸੇਵਾਵਾਂ ਨੂੰ ਪ੍ਰਵਾਨ ਕੀਤਾ। ਜੇ ਅੱਗੇ ਚੱਲ ਕੇ ਸ਼੍ਰੋਮਣੀ ਅਕਾਲੀ ਦਲ ਨੇ, ਪੰਥ ਨੇ ਮਹਿਸੂਸ ਕੀਤਾ ਕਿ ਮੈਂ ਪੰਜਾਬ ਦੀ ਸੇਵਾ ਕਰਾਂ ਜਾਂ ਮੈਂ ਕੋਈ ਦੇਸ਼ ਦੇ ਕਿਸੇ ਕੰਮ ਆ ਸਕਾਂ ਜੀ, ਜਾਂ ਸਮਾਜ ਦੇ ਵਿੱਚ ਜਾਂ ਧਾਰਮਿਕ ਤੌਰ ਤੇ ਮੈਂ ਉਹਨਾਂ ਦੀਆਂ ਜ਼ਿੰਮੇਵਾਰੀ ਨਿਭਾ ਸਕਾਂ, ਮੇਰਾ ਖਿਆਲ ਹੈ ਕਿ ਆਵਾਜ਼ ਮਾਰ ਕੇ ਮੇਰੀਆਂ ਸੇਵਾਵਾਂ ਨੂੰ ਪ੍ਰਵਾਨ ਕਰਦਿਆਂ ਹੋਇਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਪਹਿਲਾ ਮੌਕਾ ਦਿੱਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਮੈਂਬਰ ਵੀ ਬਣਾਇਆ, ਫਿਰ MLA ਵੀ ਬਣਾਇਆ। ਉਸ ਤੋਂ ਬਾਅਦ ਨਾਲ ਐਡੀ ਵੱਡੀ ਸੇਵਾ ਜਿਹੜੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਤੀ, ਮੈਂ ਸਮਝਦੀ ਹਾਂ ਕਿ ਇਹ ਤੋਂ ਵੱਡੀ ਬਖਸ਼ਿਸ਼ ਹੋਰ ਕੋਈ ਨਹੀਂ ਹੋ ਸਕਦੀ। ਔਰ ਇਹ ਸਭ ਗੁਰੂ ਸਾਹਿਬ ਜੀ ਦੀ ਕਿਰਪਾ ਸੀ। ਹਰ ਜੀਓ ਨਿਮਾਣਿਆ ਤੋਂ ਮਾਣ, ਨਚੀਜੋ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕੋ ਕੁਰਬਾਨ। ਸੋ 2 ਵਾਰ ਮਿਨਿਸਟਰ ਬਣਨਾ, 3 ਵਾਰ MLA ਬਣਨਾ, 3 ਵਾਰੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੌਰ ਤੇ ਮੁੱਖ ਸੇਵਾਦਾਰ ਬਣਨਾ, ਇਹ ਸਾਰੀਆਂ ਜਿਹੜੀਆਂ ਮੇਰੀਆਂ ਸੇਵਾਵਾਂ ਸਨ ਉਹ ਪੰਥ ਨੇ ਪ੍ਰਵਾਨ ਕੀਤੀਆਂ ਜੀ, ਪਾਰਟੀ ਨੇ ਪ੍ਰਵਾਨ ਕੀਤੀਆਂ। ਅਤੇ ਜਦੋਂ ਪਾਰਟੀ ਨੂੰ ਤੁਹਾਡੀਆਂ ਸੇਵਾਵਾਂ ਪ੍ਰਵਾਨ ਹੋ ਜਾਣ, ਮਨੁੱਖ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ। ਮੈਂ ਸਮਝਦੀ ਮੈਂ ਖੁਸ਼ਕਿਸਮਤ ਹੈ ਕਿ ਮੇਰੇ ਪਾਰਟੀ ਦਾ, ਮੇਰੇ ਪ੍ਰਧਾਨ ਸਾਹਿਬ ਜੀ ਦਾ, ਮੇਰੇ ਲੀਡਰਾਂ ਦਾ, ਜਥੇਦਾਰਾਂ ਦਾ, ਮੇਰੀਆਂ ਬੀਬੀਆਂ ਭੈਣਾਂ ਦਾ
ਤੇ ਸਾਰੀ ਸੰਗਤ ਦਾ ਜੇ ਮੇਰੇ ਉੱਤੇ ਵਿਸ਼ਵਾਸ ਹੈ, ਇਹ ਤੋਂ ਵੱਡੀ ਮੇਰੀ ਖੁਸ਼ਕਿਸਮਤੀ ਨਹੀਂ ਹੋ ਸਕਦੀ। ਇਹ ਵੱਡੇ ਮਾਣ, ਇਹ ਵੱਡੇ ਸਤਿਕਾਰ ਦਾ ਮੈਂ ਕਰਜ਼ਾ ਨਹੀਂ ਉਤਾਰ ਸਕਦੀ। ਹਮੇਸ਼ਾ ਹੀ ਕੌਮ ਦੀ ਸੇਵਾ ਚੜ੍ਹਦੀ ਕਲਾ ਨਾਲ ਕਰਦੀ ਰਹਾਂ। ਬੀਬੀ ਜੀ, ਪੰਜਾਬ ਦੀ ਆਪਾਂ ਰਾਜਨੀਤੀ ਦੀ ਗੱਲ ਕਰਦੇ ਹਾਂ। 3 ਸਾਲ ਹੋ ਗਏ ਨੇ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਆਈ ਹੋਈ। ਵਾਅਦੇ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਕੀਤੇ ਸੀ ਜਨਤਾ ਦੇ ਨਾਲ, ਉਹ ਤੁਸੀਂ ਵੀ ਜਾਣਦੇ ਆ ਤੇ ਜਨਤਾ ਵੀ ਜਾਣਦੀ ਆ। ਐਜ਼ ਏ ਸਿਆਸਤਦਾਨ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਨੇ, ਕਿੰਨੇ ਕੁ ਖਰੀ ਉਤਰੀ ਹੈ ਸਰਕਾਰ ਉਹਨਾਂ 'ਤੇ? ਸਭ ਤੋਂ ਪਹਿਲਾਂ ਤਾਂ ਮੈਂ ਸਮਝਦੀ ਹਾਂ ਕਿ ਪਿਛਲੇ 10 ਸਾਲ ਜਿਹੜੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਨੇ ਕੰਮ ਕੀਤੇ ਸੀ, ਜਿੰਨੀ ਸੰਤੁਸ਼ਟੀ ਲੋਕਾਂ ਨੂੰ ਉਹਨਾਂ ਕੰਮਾਂ ਦੀ ਸੀ ਜੀ, ਉੱਥੇ ਕੀਤੀ। ਉੱਨਤੀ ਤਰੱਕੀ ਦੀ ਗੱਲ ਸੀ, ਵਿਕਾਸ ਦੀ ਗੱਲ ਸੀ। ਮੇਰਾ ਖਿਆਲ ਹੈ ਕਿ ਹਰ ਪੰਜਾਬ ਵਾਸੀ, ਹਰ ਜਿਹੜਾ ਕੋਈ ਇਹਨਾਂ ਸੰਬੰਧ ਰੱਖਦਾ ਸੀ, ਹਰ ਇੱਕ ਦੇ ਮਨੋਂ, ਹਰ ਇੱਕ ਦੀ ਜ਼ੁਬਾਨ 'ਚੋਂ ਇਹ ਗੱਲ ਨਿਕਲਦੀ ਸੀ ਕਿ ਏਡੀ ਵੱਡੀ ਡਿਵੈਲਪਮੈਂਟ ਕੋਈ ਸਰਕਾਰ ਕਦੀ ਨਾ ਕਰ ਸਕੀ ਹੈ ਤੇ ਸ਼ਾਇਦ ਨਾ ਕੋਈ ਕਰ ਸਕੇ। ਮੈਂ ਸਮਝਦੀ ਹਾਂ ਕਿ ਇਹ ਸਾਡਾ ਇੱਕ ਬਹੁਤ ਵੱਡਾ ਲੋਕਾਂ ਦੇ ਵਿੱਚ ਇਮੇਜ ਸੀ ਤੇ ਲੋਕਾਂ ਨੇ ਸਵੀਕਾਰ ਵੀ ਕੀਤਾ। ਔਰ ਇਹ ਵੀ ਸੀ ਵੀ ਤੀਜੀ ਵਾਰੀ ਸਰਕਾਰ ਬਣ ਜਾ ਰਹੀ ਸੀ। ਲੋਕਾਂ ਨੇ ਮੋਹਰ ਲਾਤੀ ਸੀ ਵੀ ਤੀਜੀ ਵਾਰੀ ਫਿਰ ਸਰਕਾਰ ਜਿਹੜੀ ਹੈ ਲੋਕ ਉਹੀ ਬਣਾਉਣਗੇ ਜਿਹੜੀ ਸਰਕਾਰ ਵਿਕਾਸ ਕਰੇਗੀ, ਜਿਹੜੀ ਸਰਕਾਰ ਲੋਕਾਂ ਦੀ ਗੱਲ ਸੁਣੇਗੀ, ਲੋਕਾਂ ਦੇ ਹਿੱਤਾਂ ਦੀ ਰਾਖੀ ਕਰੇਗੀ। ਜੇ ਐਜੂਕੇਸ਼ਨ ਦਾ ਪ੍ਰਸਾਰ ਕੀਤਾ, ਉਹ ਵੀ ਬਹੁਤ ਵੱਡਾ ਪ੍ਰਸਾਰ, ਯੂਨੀਵਰਸਿਟੀਆਂ ਬਣਾਉਣੀਆਂ, ਕਾਲਜ ਬਣਾਉਣੇ, ਮੈਡੀਕਲ ਕਾਲਜ ਬਣਾਉਣੇ, ਜਿੰਨੇ ਇੰਸਟੀਟਿਊਸ਼ਨ ਵੱਧ ਤੋਂ ਵੱਧ ਖੋਲ੍ਹਣੇ। ਔਰ ਬੱਚੀਆਂ ਨੂੰ ਜਿਹੜੇ ਅਸੀਂ ਸਕੂਲ ਖੋਲ੍ਹੇ, ਜਿਹੜੇ ਫ੍ਰੀ ਐਜੂਕੇਸ਼ਨ 80% ਤੋਂ ਉੱਤੇ ਬੱਚਿਆਂ ਨੂੰ ਜਿਹੜੇ ਸਕੂਲ ਖੋਲ੍ਹੇ ਸੀ ਅਸੀਂ, ਉਹਨਾਂ ਸਕੂਲਾਂ ਦੇ ਵਿੱਚ ਫ੍ਰੀ ਐਜੂਕੇਸ਼ਨ, ਫ੍ਰੀ ਬੋਰਡਿੰਗ ਅਤੇ ਫ੍ਰੀ ਸਾਰਾ ਕੁਝ ਦੇ ਕੇ ਬੱਚਿਆਂ ਨੂੰ ਪੜ੍ਹਾਇਆ। ਸੋ ਲੋਕਾਂ ਦਾ ਵਿਸ਼ਵਾਸ ਬਣ ਗਿਆ ਸੀਗਾ। ਇਸੇ ਤਰ੍ਹਾਂ ਮੇਰਾ ਖਿਆਲ ਹੈ ਕਿ ਜਿੰਨੇ ਪੁਲ, ਜਿੰਨੀਆਂ ਚੌੜੀਆਂ ਸੜਕਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿੱਚ ਬਣੀਆਂ, ਲੋਕ ਸੋਚ ਨਹੀਂ ਸਕਦੇ ਕਿ ਇੱਕ ਸੁਪਨਾ ਲੱਗਦਾ ਸੀਗਾ। ਉਸ ਤੋਂ ਬਾਅਦ ਜੇ ਅੱਗੇ ਲਾ ਲਈਏ, ਏਅਰਪੋਰਟਸ ਬਣਾਉਣੇ, ਏਮਸ ਵਰਗੇ ਹਸਪਤਾਲ ਲਿਆਉਣੇ, ਮੰਡੀਆਂ ਵੱਖ-ਵੱਖ ਬਣਾਉਣੀਆਂ, ਸਾਰੇ ਸ਼ਹਿਰਾਂ ਦੇ ਵਿੱਚ ਸੀਵਰੇਜ ਪਾਉਣੇ, ਪਿੰਡਾਂ ਦੀ ਡਿਵੈਲਪਮੈਂਟ ਜਿਹੜੀ ਕਰਨੀ, ਕਰੋੜਾਂ ਰੁਪਏ ਜੇ ਅਸੀਂ ਪਿੰਡਾਂ ਵਿੱਚ ਲਾ ਦਿੱਤੇ। ਸੋ ਮੈਂ ਸਮਝਦੀ ਹਾਂ ਕਿ ਜਿਹੜੀ ਇੰਪਲੋਇਮੈਂਟ ਵੀ ਸੀ, ਉਹ ਘੱਟੋ ਘੱਟ 2.5 ਲੱਖ ਬੱਚੇ ਨੂੰ ਜਿਹੜਾ ਸੀ ਇੰਪਲੋਇਮੈਂਟ ਦਿੱਤੀ। ਬੀਬੀ ਜੀ, ਤੁਸੀਂ ਹੁਣ ਵਾਅਦੇ ਬੜੇ ਗਿਣਾਏ, ਕੰਮ ਕੀਤੇ ਬਾਦਲ ਸਾਹਿਬ ਨੇ। ਇਹ ਵਾਅਦੇ ਨਹੀਂ, ਇਹ ਵਾਅਦੇ ਨਹੀਂ ਹੈ। ਅਸੀਂ ਜੋ ਕਿਹਾ ਸੀ ਉਹ ਤੋਂ ਵੱਧ ਕਰਕੇ ਦਿਖਾਇਆ। ਹੁਣ ਬਾਦਲ ਸਾਹਿਬ ਕਹਿ ਰਹੇ ਸੀ, ਸੁਖਬੀਰ ਸਿੰਘ ਬਾਦਲ, ਵੀ 25 ਸਾਲ ਰਾਜ ਕਰਾਂਗੇ, ਪਰ ਜਿਹੜਾ 2017 ਹੈ ਉਹਦੇ ਵਿੱਚ ਸਭ ਕੁਝ ਉਲਟਾ ਪੁਲਟਾ ਹੋ ਗਿਆ। ਤੀਜੇ ਨੰਬਰ ਦੇ ਉਹਦਾ ਕਾਰਨ ਮੈਂ ਕਮੀ ਕਿੱਥੇ ਰਹੀ? ਉਹਦਾ ਕਾਰਨ ਮੈਂ ਦੱਸਦੀ ਹਾਂ। ਦੇਖੋ, ਕੁਝ ਲੋਕਾਂ ਦੀ ਇੱਕ ਸੋਚ ਹੁੰਦੀ ਹੈ ਕਿ ਉਹ ਸੋਚਦੀ ਹੈ ਕਿ ਸਾਨੂੰ ਸਾਰਾ ਕੁਝ ਪ੍ਰਾਪਤ ਹੋ ਜੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਸੋਚਿਆ ਕਿ ਸਰਕਾਰ ਤੇ ਕਾਂਗਰਸ ਦੀ ਬਣਨੀ ਨਹੀਂ, ਉਹਦੇ ਦਿਮਾਗ 'ਚ ਇਹ ਗੱਲ ਸੀ ਵੀ ਅਸੀਂ ਝੂਠ ਬੋਲ ਦਈਏ, ਲੋਕਾਂ ਨੂੰ ਗੁੰਮਰਾਹ ਕਰ ਦਈਏ। ਇੱਕ ਤਾਂ ਨਵੀਂ ਪਾਰਟੀ ਉੱਠ ਪਈ ਜਿਹਨੇ ਦੇਸ਼ਾਂ ਵਿਦੇਸ਼ਾਂ ਵਿੱਚ ਰੌਲਾ ਪਾ ਦਿੱਤਾ ਅਤੇ ਝੂਠੇ ਇਲਜ਼ਾਮ ਜਿਹੜੇ ਸੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਲਾ ਦਿੱਤੇ। ਲੋਕ ਉਸ ਇਲਜ਼ਾਮਾਂ ਦੇ ਵਿੱਚ ਇੱਦਾਂ ਮਹਿਸੂਸ ਕਰਕੇ, ਕਿਉਂਕਿ ਸਿੱਖ ਜਿਹੜਾ ਨਾ ਜੀ, ਸਿੱਖ ਜਾਂ ਕੋਈ ਵੀ ਗੁਰੂ ਗ੍ਰੰਥ ਸਾਹਿਬ 'ਚ ਆਸਥਾ ਰੱਖਦਾ ਹੈ, ਉਹਦੀ ਭਾਵਨਾ ਉੱਥੇ ਜੁੜੀ ਹੈ। ਜਦੋਂ ਵੀ ਕੋਈ ਗੁਰੂ ਸ਼ਬਦ ਦੀ ਗੱਲ ਆਏਗੀ, ਗੁਰੂ ਗ੍ਰੰਥ ਸਾਹਿਬ ਦੀ ਗੱਲ ਆਏਗੀ, ਜਾਂ ਕੋਈ ਅਪਮਾਨ ਦੀ ਗੱਲ ਆਏਗੀ ਗੁਰੂ ਸਾਹਿਬ ਜੀ ਦੀ, ਲੋਕਾਂ ਨੂੰ ਸਟ੍ਰਾਈਕ ਕਰਦੀ ਹੈ। ਉਹਨਾਂ ਨੇ ਮੁੱਦੇ 2-3 ਉਹ ਫੜ ਲਏ ਜਿਹੜੇ ਮੁੱਦੇ ਲੋਕਾਂ ਦੇ ਮਨਾਂ ਨੂੰ ਟੁੰਬ ਕੇ, ਮਤਲਬ ਉਹਨਾਂ ਨੂੰ ਹਿਲਾ ਕੇ ਰੱਖ ਦਿੱਤਾ ਇਹਨਾਂ ਨੇ। ਔਰ ਉਹ ਮੁੱਦੇ ਫੜੇ ਕਿ ਲੋਕਾਂ ਨੂੰ ਹੁਣ ਅਸੀਂ ਕਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਤੋਂ ਕਿੱਦਾਂ ਤੋੜੀਏ। ਲੋਕੀ ਉੱਠ ਨਹੀਂ ਸਕਦੇ, ਕਿਉਂਕਿ ਕਾਂਗਰਸ ਨੇ ਜਿਹੜੀ ਅੱਗੋਂ ਬਣਾ ਦਿੱਤਾ ਮੈਨੀਫੈਸਟੋ, ਉਹ ਮੈਨੀਫੈਸਟੋ ਬਣਾਇਆ, ਸ਼ਾਇਦ ਲੋਕ ਕਦੀ ਵਿਸ਼ਵਾਸ ਨਾ ਕਰਦੇ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਉਸ ਪਾਰਟੀ ਨਾਲ ਸੰਬੰਧ ਸੀ ਜਿਸ ਪਾਰਟੀ ਦੀ ਸਰਕਾਰ ਨੇ, ਕਾਂਗਰਸ ਨੇ ਹਮੇਸ਼ਾ ਹੀ ਸਿੱਖਾਂ ਦਾ ਘਾਣ ਕੀਤਾ, ਪੰਜਾਬੀਆਂ ਦਾ ਘਾਣ ਕੀਤਾ, ਸ਼੍ਰੀ ਅਕਾਲ ਤਖਤ ਸਾਹਿਬ ਢਾਹ ਨਹੀਂ ਕੀਤਾ, ਹਰਿਮੰਦਰ ਸਾਹਿਬ 'ਚ ਗੋਲੀਆਂ ਚਲਾਈਆਂ, ਜਾਂ ਪੰਜਾਬ ਦੇ ਵਿੱਚ ਘਰ ਘਰ ਵਿੱਚ ਸਿੱਖਾਂ ਦੀਆਂ ਲਾਸ਼ਾਂ ਜਿਹੜੀਆਂ ਸੀ ਉਹ ਖਿਲਾਰ ਦਿੱਤੀਆਂ। 84 ਦੇ ਵਿੱਚ ਜੋ ਨਸਲਕੁਸ਼ੀ ਕੀਤੀ ਦਿੱਲੀ ਦੇ ਵਿੱਚ, ਕੋਈ ਭੁਲਾ ਨਹੀਂ ਸਕਦਾ। ਬੋਕਾਰੋ, ਕਾਨਪੁਰ, ਹਰ ਥਾਂ ਦੇ ਉੱਤੇ ਇਹਨਾਂ ਨੇ ਸਿੱਖਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ। ਅਤੇ ਜਿਹੜੇ ਧੋਖੇ ਸ਼ੁਰੂ ਤੋਂ ਲੈ ਕੇ ਕਰਦੇ ਆਏ, ਮੈਂ ਸਮਝਦੀ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜੀ ਨੇ ਉਸ ਦਿਨ ਜਿਹੜੇ ਸ਼ਬਦ ਕਹੇ ਹੈ, ਉਹਨੇ ਪੀੜਾ ਜਿਹੜੀ ਸੀ ਕੌਮ ਦੀ ਉਹ ਵੀ ਜ਼ਾਹਰ ਕੀਤੀ ਹੈ। ਤੁਸੀਂ ਸੁਣੋ ਉਹਨਾਂ ਦੀ ਗੱਲ, ਉਹਨਾਂ ਦਾ ਪੂਰਾ ਲੈਕਚਰ ਕੀ ਹੈ। ਉਹਨਾਂ ਨੇ ਕਿਹਾ ਕਿ ਕਿੱਥੇ ਨਹੀਂ ਧੋਖਾ ਕੀਤਾ। ਪਹਿਲਾਂ ਤਾਂ ਇਹਨਾਂ ਨੇ ਜਦੋਂ ਵੰਡ ਦੀ ਗੱਲ ਆਈ ਹੈ ਦੇਸ਼ ਦੀ, ਇਹਨਾਂ ਨੇ ਆਪਣੀ ਪ੍ਰਧਾਨ ਮੰਤਰੀ ਦੀ ਕੁਰਸੀ ਸਾਂਭਣ ਦੇ ਵਾਸਤੇ
ਸਾਰਾ ਕੁਝ ਕਰ ਲਿਆ, ਵਿਸ਼ਵਾਸ ਦਵਾਤਾ ਸਿੱਖਾਂ ਨੂੰ ਕਿ ਤੁਹਾਡੇ ਧਾਰਮਿਕ ਅਦਾਰੇ ਆਜ਼ਾਦ ਰਹਿਣਗੇ, ਤੁਹਾਡੀ ਧਾਰਮਿਕ ਆਸਥਾ ਬਣੀ ਰਹੇਗੀ, ਸਿੱਖਾਂ ਦਾ ਸਨਮਾਨ ਪੂਰਾ ਹੋਏਗਾ, ਜਾਂ ਅਸੀਂ ਗੁਰਧਾਮ ਗੁਰਸੇਵਾ ਜੋ ਤੁਸੀਂ ਆਪਣੀ ਮਰਜ਼ੀ ਨਾਲ ਕਰ ਸਕੋਗੇ, ਤੁਹਾਨੂੰ ਪੰਜਾਬੀ ਬੋਲਦੇ ਇਲਾਕੇ ਜਿਹੜੇ ਆ ਦਿੱਤੇ ਜਾਣਗੇ, ਤੁਹਾਡੀ ਜਿਹੜੀ ਹੈ ਪੂਰੀ ਆਜ਼ਾਦੀ ਹੋਏਗੀ। ਉਸ ਤੋਂ ਬਾਅਦ ਜਿਉਂ ਹੀ ਪਾਕਿਸਤਾਨ ਹਿੰਦੁਸਤਾਨ ਬਣਿਆ ਤੇ ਇਹਨਾਂ ਨੇ ਸਿੱਖਾਂ ਦੇ ਉੱਤੇ ਕੀ ਕਹਿ ਦਿੱਤਾ, ਜ਼ਰਾਇਮ ਪੇਸ਼ੇ ਵਾਲੀ ਕੌਮ ਕਹਿ ਦਿੱਤਾ। ਪਹਿਲਾ ਸਭ ਤੋਂ ਵੱਡਾ ਧੋਖਾ ਇਹਨਾਂ ਨੇ ਇਹ ਕੀਤਾ। ਉਸ ਤੋਂ ਬਾਅਦ ਜੇ ਸੂਬੇ ਬਣੇ, ਲੰਗੜਾ ਪੰਜਾਬ ਦੇ ਦਿੱਤਾ। ਜੇ ਭਾਸ਼ਾ ਦੀ ਗੱਲ ਸੀ ਤੇ ਇਹਨਾਂ ਨੇ ਅੱਧੇ ਸਾਡੇ ਇਲਾਕੇ ਜਿਹੜੇ ਸੀ ਉਹ ਪੰਜਾਬੀ ਬੋਲਦੇ ਹਰਿਆਣੇ ਵਿੱਚ ਪਾ ਦਿੱਤੇ। ਕੋਈ ਹਰਿਆਣੇ ਵਾਲਿਆਂ ਦੀ ਮੰਗ ਨਹੀਂ ਸੀ, ਲੋਕਾਂ ਦੀ ਹਰਿਆਣਾ ਬਣਾਉਣ ਦੀ ਕੋਈ ਮੰਗ ਨਹੀਂ ਸੀ, ਹਿਮਾਚਲ ਬਣਾਉਣ ਦੀ ਕੋਈ ਮੰਗ ਨਹੀਂ ਸੀ। ਇਹ ਉਹਨਾਂ ਲੋਕਾਂ ਨੇ ਸਾਡੇ ਨਾਲ ਧੋਖੇ ਕੀਤੇ। ਅੱਜ ਕੋਈ ਇਹ ਸੋਚ ਸਕਦੇ ਹੋ ਕਿ ਕੋਈ ਜਿਹੜੀ ਸਟੇਟ ਹੈ ਉਹਦੀ ਰਾਜਧਾਨੀ ਆਪਣੀ ਇੰਡੀਪੈਂਡੈਂਟ ਹੋਵੇ? ਜੇ ਰਾਜਧਾਨੀ ਚੰਡੀਗੜ੍ਹ ਬਣੀ ਉਹ ਵੀ ਪੰਜਾਬ ਦੀ ਧਰਤੀ 'ਤੇ ਬਣੀ, ਪਰ ਵਿੱਚੇ ਹਰਿਆਣਾ ਵਾੜਿਆ, ਅੱਜ ਤੱਕ ਲੜਾਈ ਨੇ ਪਾਤੀ। ਜੇ ਪਾਣੀਆਂ ਦੀ ਗੱਲ ਹੈ ਉਹ ਵੀ ਸਿੱਖਾਂ ਦੇ ਨਾਲ ਮਸਲਾ ਜੋੜ ਦਿੱਤਾ, ਕਿਉਂਕਿ ਪੰਜਾਬ ਦਾ ਮਸਲਾ ਸੀ, ਜੋੜ ਸਿੱਖਾਂ ਦੇ ਦਿੱਤਾ। ਸੋ ਇਹ ਕਿਤੇ ਪਾਣੀਆਂ ਦੀ ਗੱਲ, ਕਿਤੇ ਧਰਤੀ ਦੀ ਗੱਲ, ਕਿਤੇ ਭਾਸ਼ਾ ਦੀ ਗੱਲ, ਤੇ ਕਿਤੇ ਨਸਲਕੁਸ਼ੀ ਦੀ ਗੱਲ, ਕਿਤੇ ਲਾਸ਼ਾਂ ਵਿਛਾਉਣ ਦੀ ਗੱਲ, ਕਿਤੇ ਸਾਡੇ ਹਰਿਮੰਦਰ ਸਾਹਿਬ ਦੇ ਵਿੱਚ ਗੋਲੀਆਂ ਚਲਾਉਣ ਦੀ ਗੱਲ, ਸ਼੍ਰੀ ਅਕਾਲ ਤਖ਼ਤ ਸਾਹਿਬ ਢਾਹ ਢੇਰੀ ਦੀ ਗੱਲ। ਕੋਈ ਵੀ ਆਇਆ ਇੱਥੇ ਉਹਨਾਂ ਨੇ ਹਮੇਸ਼ਾ ਸਿੱਖਾਂ ਨੂੰ ਮਾਰਿਆ। ਔਰ ਭਾਰਤ ਸਰਕਾਰ ਤੋਂ ਉਹ ਸੋਚਦੇ ਸੀ ਵੀ ਇਹ ਆਸ ਨਹੀਂ ਸੀ ਸਾਨੂੰ ਕਿ ਜਦੋਂ ਦੇਸ਼ ਆਜ਼ਾਦ ਹੋਵੇਗਾ, ਜਿਨ੍ਹਾਂ ਨੇ 80% ਫਾਂਸੀ ਦੇ ਰੱਸੇ ਚੁੰਮੇ ਹੋਣ, ਜਿਨ੍ਹਾਂ ਨੇ 80% ਕੁਰਬਾਨੀਆਂ ਕੀਤੀਆਂ ਹੋਣ, ਸ਼ਹੀਦ ਭਗਤ ਸਿੰਘ ਜੀ ਵਰਗੇ, ਰਾਜਗੁਰੂ ਸੁਖਦੇਵ ਜੀ ਵਰਗੇ, ਜਾਂ ਜਿੰਨੀਆਂ ਲਾਲਾ ਲਾਜਪਤ ਕਰਤਾਰ ਸਿੰਘ ਸਰਾਭੇ ਵਰਗੇ, ਉਹ ਜਿਨ੍ਹਾਂ ਨੇ ਫਾਂਸੀਆਂ ਦੇ ਰੱਸੇ ਚੁੰਮੇ ਹੋਣ, ਅੱਜ ਉਹ ਸਿੱਖ ਗੁਲਾਮੀ ਮਹਿਸੂਸ ਕਰਦੇ ਹੈ ਕਿ ਸਾਨੂੰ ਜਿਹੜੀ ਚੀਜ਼ ਅਸੀਂ ਮੰਗਦੇ ਸੀ ਉਹ ਸਾਡੀ ਆਜ਼ਾਦੀ ਨਹੀਂ ਰਹਿ ਗਈ। ਸੋ ਇਹ ਪੀੜਾ ਉਹਨਾਂ ਨੇ ਜ਼ਾਹਰ ਕੀਤੀ ਹੈ ਕਿ ਜੇ ਭਾਰਤ ਸਰਕਾਰ, ਅਸੀਂ ਨਹੀਂ ਕਹਿੰਦੇ ਕਿਉਂਕਿ ਅਸੀਂ ਤਾਂ ਕਦੇ ਕਿਹਾ ਹੀ ਨਹੀਂ, ਅਸੀਂ ਤਾਂ ਵੱਧ ਅਧਿਕਾਰ ਮੰਗਦੇ ਹਾਂ। ਵੱਧ ਅਧਿਕਾਰ ਦਾ ਮਤਲਬ ਕਿ ਸਾਡੇ ਪੰਜਾਬ ਦੇ ਲੋਕ ਜਿਹੜੇ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਹਨਾਂ ਨੇ ਹਮੇਸ਼ਾ ਹੀ ਵੱਧ ਅਧਿਕਾਰ ਮੰਗੇ। ਸੋ ਮੈਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ, ਕਿਉਂਕਿ ਉਹ ਸਾਡੀ ਸੁਪਰੀਮ ਪਾਵਰ ਹੈ, ਉਹ ਪਾਵਰ ਸਾਡੀ ਇੰਨੀ ਸੁਪਰੀਮ ਹੈ ਕਿ ਅਸੀਂ ਉਹਦੇ ਬਿਆਨ ਦੇ ਉੱਤੇ ਕੋਈ ਕਿੰਤੂ ਨਹੀਂ ਕਰ ਸਕਦੇ। ਔਰ ਬੀਬੀ ਜੀ ਕਈ ਸਿਆਸੀ ਆਗੂ, ਸੋ ਇਹ ਜਿਹੜੀ ਇਹਨਾਂ ਨੇ ਕਾਂਗਰਸ ਨੇ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਤਾ। ਲੋਕਾਂ ਨੇ ਸੋਚਿਆ ਕਿ ਕਾਂਗਰਸ ਦੇ ਦਿਨ 'ਚ ਯਕੀਨ ਕਰਨਾ, ਉਹਨਾਂ ਨੇ ਸੋਚਿਆ ਗੁਟਕਾ ਸਾਹਿਬ ਫੜ ਲਿਆ, ਆਸਥਾ ਜੁੜੀ ਹੈ ਲੋਕਾਂ ਦੀ। ਗੁਟਕਾ ਸਾਹਿਬ ਫੜ ਕੇ ਜਿਹੜੀ ਸਹੁੰ ਖਾ ਲਈ ਕਿ ਤੁਹਾਨੂੰ ਬਜ਼ੁਰਗੋ 500 ਪੈਨਸ਼ਨ ਮਿਲਦੀ ਹੈ, 2.5 ਦਿਆਂਗਾ। ਬਜ਼ੁਰਗ ਨੇ ਸੋਚਿਆ ਸ਼ਾਇਦ ਤੁਹਾਨੂੰ ਨੌਜਵਾਨੋ ਹਰ ਘਰ ਵਿੱਚ ਨੌਕਰੀ, ਦੱਸੋ ਹਰ ਘਰ 'ਚ ਨੌਕਰੀ ਦਿੱਤੀ ਜਾ ਸਕਦੀ ਹੈ? ਹਰ ਘਰ 'ਚ ਨੌਕਰੀ ਦਿਆਂਗੇ। ਜਿਹੜਾ ਵਿਚਾਰਾ ਪੜ੍ਹਿਆ ਸੀ ਉਹਨੇ ਵੀ ਵਿਸ਼ਵਾਸ ਕਰ ਲਿਆ, ਜਿਹੜਾ ਅਨਪੜ੍ਹ ਸੀ ਉਹਨੇ ਵੀ ਵਿਸ਼ਵਾਸ ਕਰ ਲਿਆ। ਮਾਂ ਪਿਓ ਨੇ ਸੋਚਿਆ ਕੋਈ ਨਹੀਂ, ਬਾਦਲ ਨੇ ਕੰਮ ਤੇ ਬੜਾ ਕੀਤਾ, ਜੇ ਮੇਰੇ ਮੁੰਡੇ ਨੂੰ ਨੌਕਰੀ ਮਿਲ ਜਾਏਗੀ ਹੋਰ ਕੀ ਚਾਹੀਦਾ ਜੀ। ਸੋ ਇਹ ਚੀਜ਼ਾਂ ਜਿਹੜੀਆਂ ਸੀ ਲੋਕਾਂ ਨੂੰ, ਕਿਸਾਨ ਜਿਹੜਾ ਵਿਚਾਰਾ ਡੁੱਬਦਾ ਜਾ ਰਿਹਾ ਸੀ ਕਰਜ਼ੇ ਨਾਲ, ਇਹਨੇ ਸਹੁੰ ਖਾ ਕੇ ਕਹਿ ਦਿੱਤਾ ਕਿ ਕਰਜ਼ਾ ਜਿਹੜਾ ਉਹ ਮਾਫ਼ ਕੀਤਾ ਜਾਊਗਾ। ਕਿਸਾਨਾਂ ਨੇ ਸੋਚਿਆ ਕਰਜ਼ਾ ਮਾਫ਼ ਹੋ ਜਾਣਾ, ਸਾਨੂੰ ਹੋਰ ਕੀ ਚਾਹੀਦਾ, ਫੇਰ ਦੇਖੀ ਜਾਊ। ਸੋ ਇਹ ਜਿਹੜੀ ਚੀਜ਼ਾਂ ਸੀ, ਨੌਕਰੀ ਦੇ ਦਾਂਗੇ, ਸ਼ਗਨ ਸਕੀਮ ਵਧਾ ਦਾਂਗੇ, ਤੁਹਾਨੂੰ ਸਾਰੇ ਕਰਜ਼ੇ ਮਾਫ਼ ਕਰ ਦਾਂਗੇ, ਉਹ ਚੀਜ਼ਾਂ 'ਤੇ ਲੋਕੀ ਤਾਂ ਵਿਸ਼ਵਾਸ ਕੀਤਾ, ਇਹਦੀ ਜ਼ੁਬਾਨ 'ਤੇ ਨਹੀਂ ਸੀ ਕਰਨਾ। ਉਹਨਾਂ ਪਤਾ ਸੀ ਕਿ ਇਹ ਸਿੱਖ ਜਿਹੜੀ ਕਾਂਗਰਸ ਹੈ ਉਹ ਕਾਤਲ ਜਮਾਤ ਹੈ ਸਿੱਖਾਂ ਦੀ, ਪੰਜਾਬੀਆਂ ਦੀ ਖਾਸ ਕਰਕੇ। ਇਹ 'ਤੇ ਨਹੀਂ ਸੀ ਵਿਸ਼ਵਾਸ ਕਰਨਾ। ਲੋਕਾਂ ਨੇ ਵਿਸ਼ਵਾਸ ਕਰਤੇ ਕੀਤਾ ਕੇਵਲ ਗੁਟਕਾ ਸਾਹਿਬ 'ਤੇ। ਉਹਨਾਂ ਸੋਚਿਆ ਕਿ ਸਿੱਖ ਹੈ, ਗੁਟਕਾ ਸਾਹਿਬ ਗੁਰਬਾਣੀ ਹੱਥ 'ਚ ਫੜ ਕੇ, ਜਿਹੜੀ ਬਾਣੀ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਲੋਕਾਂ ਨੇ ਬਾਣੀ 'ਤੇ ਵਿਸ਼ਵਾਸ ਕਰ ਲਿਆ ਕਿ ਇਹਨਾਂ ਦੀ ਧੋਖਾ ਨਹੀਂ ਕਰੇਗਾ ਕਿ ਗੁਟਕਾ ਸਾਹਿਬ ਫੜ ਕੇ। ਇਹ ਤਾਂ ਨਾ ਸੋਚਿਆ ਵੀ ਹੋਏਗਾ ਕਿੱਥੋਂ, ਪਰ ਇਹ ਵਿਸ਼ਵਾਸ ਕਰਕੇ ਲੋਕਾਂ ਨੇ ਵੋਟਾਂ ਪਾਤੀਆਂ, ਗੁੰਮਰਾਹ ਹੋ ਗਏ। ਅੱਜ ਲੋਕੀ ਮਹਿਸੂਸ ਕਰਦੇ ਹੈ ਕਿ ਅਸੀਂ ਲੁੱਟੇ ਗਏ ਹਾਂ, ਸਾਨੂੰ ਸਾਰਾ ਕੁਝ ਖੋਹ ਲਿਆ, ਸਾਡਾ ਧੋਖਾ ਹੋ ਗਿਆ, ਅਸੀਂ ਗੁੰਮਰਾਹਕੁਨ ਪ੍ਰਚਾਰ 'ਚ ਆ ਗਏ। ਬੇਰੁਜ਼ਗਾਰਾਂ ਨੇ ਸੋਚਿਆ ਅਸੀਂ 2.5 ਸਾਨੂੰ ਬੇਰੁਜ਼ਗਾਰ ਭੱਤਾ ਮਿਲ ਜਾਣਾ। ਸੋ ਇਹ ਚੀਜ਼ਾਂ ਜਿਹੜੀਆਂ ਅੱਜ ਲੋਕੀ ਲੁੱਟੇ ਮਹਿਸੂਸ ਕਰਦੇ ਹੈ, ਕੁੱਟੇ ਮਹਿਸੂਸ ਕਰਦੇ ਹੈ, ਧੋਖਾ ਵਿਸ਼ਵਾਸਘਾਤ ਉਹਨਾਂ ਨਾਲ ਹੋਇਆ ਉਹ ਮਹਿਸੂਸ ਕਰਦੇ ਹੈ। ਇਸ ਕਰਕੇ ਅੱਜ ਲੋਕਾਂ ਨੂੰ ਸਮਝ ਲੱਗੀ ਹੈ ਕਿ ਅਸੀਂ ਧੋਖਾ ਖਾ ਗਏ ਹਾਂ। ਸੋ ਮੈਂ ਸਮਝਦੀ ਹਾਂ ਕਿ ਕਾਂਗਰਸ ਨੇ ਧੋਖੇ ਦੇ ਨਾਲ ਵੋਟਾਂ ਲਈਆਂ, ਲੋਕਾਂ ਨੇ ਵੋਟਾਂ ਨਹੀਂ ਪਾਈਆਂ, ਲੋਕਾਂ ਨੇ ਧੋਖੇ ਨਾਲ ਵੋਟਾਂ ਪਾ ਦਿੱਤੀਆਂ ਬਸ। ਬੀਬੀ ਜੀ ਹੁਣ ਜਿਹੜਾ ਜਥੇਦਾਰ ਸਾਹਿਬ ਦਾ ਬਿਆਨ ਆਇਆ, ਜਿਹੜੇ ਵਿਰੋਧੀ ਸਿਆਸੀ ਆਗੂ ਆ ਉਹ ਇਸ ਗੱਲ ਨਾਲ ਜੋੜ ਰਹੇ ਆ ਕਿ ਅਕਾਲੀ ਦਲ ਹੈ ਜਿਹੜੀ ਉਹਦੀ ਡਿੱਗ ਦੀ ਸਾਖ ਨੂੰ ਉਹਨੇ ਬਚਾਉਣ ਵਾਸਤੇ ਜਥੇਦਾਰ ਸਾਹਿਬ ਤੋਂ ਇਹ ਬਿਆਨ ਦਵਾਇਆ, ਨਾ ਕਿ ਉਹਨਾਂ ਦਾ ਖੁਦ ਦਾ ਬਿਆਨ ਹੈ। ਦੇਖੋ, ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਉਸ ਮਹਾਨ ਸੰਸਥਾ ਦੇ ਸੇਵਾਦਾਰ ਕਰ ਬੈਠੇ ਹੈ, ਜਿਹੜੀ ਸੰਸਥਾ ਸਾਰੇ ਸੰਸਾਰ ਦੇ ਸਿੱਖਾਂ ਦੀ ਸੰਸਥਾ ਹੈ ਜੀ। ਸਾਰੇ ਸੰਸਾਰ ਦੇ ਗੁਰੂ ਨਾਨਕ ਨਾਮ ਲੇਵਾ ਸੰਗਤ ਦੀ ਸੰਸਥਾ ਹੈ।
वो कल्ले श्रोमणी अकाली दल की संस्था नहीं, वो कांग्रेस वालियां दी भी है, बीजेपी वालियां दी भी है, सारे ही संसार के लोगों की वो संस्था है। मैं समझदी है कि इस गल नाल जोड़ना कि ये श्रोमणी अकाली दल का जथेदार है, ये बहुत वड्डी बेइंसाफी साडी होवेगी। तख्त नूं इन्ना छोटा नहीं करना चाहिए। श्री अकाल तख्त साहब सैयद श्री गुरु हरगोबिंद साहब जी ने मनुखता के भले वास्ते, मनुखता नूं संदेश देने वास्ते, मनुखता नूं सेध देने वास्ते, संसार के लोगों को उपदेश ते आदेश देने वास्ते, जां कौम जदों किते गुमराहकुन प्रचार च आ जाए, गलत पासे चल पवे, वो जथेदार साहब जी वो कौम की आवाज़ को बुलंद करते हैं तो ठीक करते हैं। जथेदार श्री अकाल तख्त साहब जी के बयान के उत्ते मैं कुछ नहीं कहना चाहती, क्योंकि श्री अकाल तख्त साहब का जथेदार जड़ा वो सब का सांझा है और सब तो महान है, सुप्रीम है। उन्होंने बयान के उत्ते मैं कुछ नहीं कहना चाहती, क्योंकि उन्हें पीड़ा जी सी, उन्होंने यही कहा कि जे कौम इन्होंने इन्ना कट लताड़ दिता तो जे उन्होंने आवाज़ वो पीड़ा जे निकली है तो जी सरकार भारत सरकार वो जे कोई पूरी कर दूगी तो किसी को की इतराज़ है। कह तो उन्होंने यही है ना भी सानू की इतराज़ है, जो भारत सरकार जी है वो पूरी कर देगी तो सानू की इतराज़ है। वो क्यों उन्हें ये स्पष्ट भी किया भी क्यों ये सारा कुछ हो रहा है, क्यों हो रहा है, क्योंकि असी लताड़े महसूस करते हैं, असी बेगानगी महसूस करते हैं भारत सरकारों को। इस करके मैं सिंह साहब जी के बयान के उत्ते कोई ऐसा शब्द नहीं कहना चाहती, क्योंकि उन्होंने सुप्रीम पावर है, वो आज़ाद ने, किसी भी पार्टी के गुलाम नहीं। उन्होंने अपने आज़ादाना ढंग के नाल जे बयान दिता वो जवाब वही दे सकते हैं। बीबी जी, भाई गोबिंद सिंह लोंगोवाल SGPC प्रधान नूं अकाली दल ने अपनी कोर कमेटी भी शामिल किया और आम आदमी पार्टी वालों उस पर भी सवाल चुके गए हैं कि धर्म नूं सियासत के नाल जोड़िया जा रहा। इस जिहड़े विरोध है आम आदमी पार्टी का उसनूं किस तरह देख? पहले एक मैनूं समझ नहीं आती कि साडा ते सियासत धर्म के आधार पर है। जिहड़ा बंदा धर्म नूं आधार बना के सेवा नहीं करता सियासत विच, वो तो कातल भी हो सकता, डाकू भी हो सकता, चोर भी हो सकता, निर्दयी भी हो सकता, विश्वासघाती भी हो सकता। इक्को एक धर्म ही है जिहड़ा मनुख नूं परपक्ष करता है कि तुसी कौम की सेवा किद्दां करनी है, तुसी किद्दां निष्काम होके ते ईमानदारी निभा के लोगों की सेवा करनी है जी। सरकार दे काम एक सेवा हुंदी है। मान लो मैं इस ये गई हैं, जे सड़क बनाइया, रस्ते बनाए, सेवा, जे एजुकेशन के अदारे खोलेंगे, सेवा, ये यूनिवर्सिटियाँ बनिया, सेवा, पुल बने, चौड़ियाँ सड़क हुई, सेवा। जे असी धर्म नूं आधार मन के लोगों की सेवा करते हैं, एक ही पाप है। ਇਹਦਾ मतलब ਜਿਹੜਾ बंदा धर्महीन सियासत ਵਿੱਚ आएगा वो कभी मनुखता की दर्द ਨੂੰ नहीं पछाणेगा। धर्मी मनुख ही मनुखता के दर्द ਨੂੰ पछाण सकता है, धर्मी मनुख ही लोगों की सेवा ਦੇ ਵਿੱਚ जुट सकता है। ਇਹੋ ਉਹਦੇ कारण है कि ਜਿਹੜੇ कांग्रेस है वो ਇਹਦਾ मतलब धर्महीन काम करते, ताइयों तो श्री अकाल तख्त साहब ढह ढेरी होया, ताइयों हरमंदिर साहब के गोलियां चलियां, ताइयों 84 के कतलेआम हुए। ये चीज़ां जड़ियाँ अज सारियां साबित होंदियां कि जिस मनुख के अंदर धर्म नहीं, जिस दे जीवन का धर्म आधार नहीं, जिस राजनीति का धर्म आधार नहीं, वो कभी भी मनुख की सही सेवा नहीं कर सकता। मैं समझदी हैं सानू तो मान है, असीं तो गल कहनी है कि धर्म साडा आधार है, असीं वो तो सिक्ख्या लैके, गुरु साहब तो सिक्ख्या लैके मनुखता की सेवा करनी है। बीबी जी, हम 1984 के जोड़े कतलेआम होया दिल्ली दे विच, ਉਹਦੇ ਦੋਸ਼ੀ ਹਾਲੇ ਵੀ ਜਿੱਦਾਂ ਸਲਾਖਾਂ ਦੇ ਪਿੱਛੇ ਨਹੀਂ ਜਾ ਸਕੇ, ਘੁੰਮ ਰਹੇ ਆ ਔਰ ਕੇਂਦਰ ਦੇ ਵਿੱਚ ਅਕਾਲੀ ਦਲ ਦੀ ਭਾਈਵਾਲ ਸਰਕਾਰ ਆ। ਅੱਗੇ ਤਾਂ ਅਕਾਲੀ ਦਲ ਦੀ ਇਹ ਗੱਲ ਹੁੰਦੀ ਸੀ ਕਿ ਕੇਂਦਰ 'ਚ ਉਹਨਾਂ ਦਾ ਸਪੋਰਟ ਨਹੀਂ ਮਿਲ ਰਹੀ, ਹੁਣ ਸਪੋਰਟ ਵੀ ਪੂਰੀ ਆ ਕੇਂਦਰ ਦੇ ਵਿੱਚ, ਫਿਰ ਉਹ ਦੋਸ਼ੀਆਂ ਨੂੰ ਸਜ਼ਾਵਾਂ ਕਿਉਂ ਨਹੀਂ ਹੋ ਰਹੀਆਂ ਕਿ इस मामले के उत्ते जिहड़ा अकाली दल आ दबाव नहीं बना सकिया बीजेपी ते? कहानी की है पिछली? श्रोमणी अकाली दल ने ही दबाव बनाया, श्रोमणी अकाली दल ने ही आवाज़ बुलंद की। साडी बीबा हरसिमरत कौर बादल जी ने तुसीं सरकार च बोलदियां देखदे सी, लोकी रोंदे सी, लोकां दीयां ताहां निकलदियां सी कि इस मंत्री ने किवें पीड़ा जिहड़ी सी कौम दी वो उत्थे रखी। जे मैंबर पार्लीमेंट सरदार सुखबीर सिंह जी बादल है, वो लोग सुनते हैं कि श्रोमणी अकाली दल जरकदा नहीं है, जे सरकार में वो मंत्री है तो जरकदी नहीं,
ਉਹਨੇ ਜੋ ਸਹੀ ਪਿਕਚਰ ਸੀ ਕੌਮ ਦੀ ਉੱਥੇ ਰੱਖਦੀ ਹੈ। ਔਰ ਇਹੀਓ ਕਾਰਨ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਦੋਜਹਿਦ, ਸ਼੍ਰੋਮਣੀ ਅਕਾਲੀ ਦਲ ਦਾ ਸੰਘਰਸ਼, ਜਿਹੜੇ ਕੇਸ ਦੱਬੇ ਪਏ ਸੀ, ਜਿਹੜੇ ਪਰਚੇ ਨਹੀਂ ਸੀ ਹੋ ਰਹੇ, ਉਹ ਦੁਬਾਰਾ ਕਮਿਸ਼ਨ ਵੀ ਬੈਠੇ ਔਰ ਦੁਬਾਰਾ ਇਨਕੁਆਇਰੀਆਂ ਹੋਈਆਂ। ਅਤੇ ਜੇ ਅੱਜ ਜਗਦੀਸ਼ ਟਾਈਟਲਰ ਵਰਗੇ ਅੰਦਰ ਗਏ ਹੈ, ਅਤੇ ਇਹ ਸ਼੍ਰੋਮਣੀ ਅਕਾਲੀ ਦਲ ਦੀ ਹੀ ਦੇਣ ਹੈ, ਇਹ ਸ਼੍ਰੋਮਣੀ ਅਕਾਲੀ ਦਲ ਦੀ ਹੀ ਮਿਹਨਤ ਹੈ। ਜੇ ਅੱਜ ਦੁਬਾਰਾ ਫਾਈਲਾਂ ਖੁੱਲ੍ਹੀਆਂ, ਦੁਬਾਰਾ ਸਾਰਾ ਕੁਝ ਹੋ ਰਿਹਾ, ਕਾਰਵਾਈ ਹੋ ਰਹੀ ਹੈ, ਅਤੇ ਇਹ ਸ਼੍ਰੋਮਣੀ ਅਕਾਲੀ ਦਲ ਦੀ ਹੀ ਦੇਣ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਸੰਘਰਸ਼ ਕੀਤਾ। ਅਤੇ ਸਾਡੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ, ਪ੍ਰਧਾਨ ਸਾਹਿਬ ਜੋ ਸਾਡੇ ਮੈਂਬਰ ਪਾਰਲੀਮੈਂਟ ਹੈ, ਉਹ ਆਵਾਜ਼ ਬੁਲੰਦ ਕਰਦੇ ਆ, ਤਾਂ ਹੀ ਸਾਰਾ ਕੁਝ ਹੋ ਰਿਹਾ। ਨਹੀਂ ਤਾਂ 34 ਸਾਲਾਂ ਬਾਅਦ ਕਿਤੇ ਜਾ ਕੇ ਜਗਦੀਸ਼ ਟਾਈਟਲਰ ਹੱਥ ਆਇਆ। ਜਗਦੀਸ਼ ਟਾਈਟਲਰ ਨੂੰ ਅੰਦਰ ਦੇਣਾ ਇਹ ਸਾਡੀ ਇੱਕ ਕਾਮਯਾਬੀ ਹੈ। ਸੋ ਮੈਂ ਸਮਝਦੀ ਹਾਂ ਕਿ ਅਜੇ ਤੱਕ ਬਹੁਤ ਕੁਝ ਕਰਨ ਵਾਲਾ ਹੈ। ਅਜੇ ਤੱਕ ਦੇਖੋ, ਇਹਨੂੰ ਕਾਨੂੰਨ ਦੇ ਤਹਿਤ ਚੱਲਣਾ ਪੈਂਦਾ ਹੈ, ਮਿਹਨਤ ਕਰਨੀ ਪੈਂਦੀ ਹੈ, ਆਵਾਜ਼ ਬੁਲੰਦੀ ਰੱਖਣੀ ਪੈਂਦੀ ਹੈ। ਜੇ ਅਸੀਂ ਕਿਨਾਰੇ ਹੋ ਕੇ ਬਹਿ ਜਾਵਾਂਗੇ, ਆਵਾਜ਼ ਕੌਣ ਬੋਲੇਗਾ ਉੱਥੇ? ਕੌਣ ਬੋਲੇਗਾ ਪਾਰਲੀਮੈਂਟ ਵਿੱਚ? ਕਿਵੇਂ ਕੰਨ ਖੋਲ੍ਹੇ ਸੀ ਬੀਬਾ ਹਰਸਿਮਰਤ ਕੌਰ ਬਾਦਲ ਨੇ, ਕਿਵੇਂ ਲੋਕਾਂ ਨੂੰ ਹਲੂਣ ਕੇ ਰੱਖ ਦਿੱਤਾ ਸੀਗਾ ਬੀਬਾ ਹਰਸਿਮਰਤ ਕੌਰ ਬਾਦਲ ਨੇ, ਜਦੋਂ ਨੇ ਦੱਸਿਆ ਸੀ ਕਿ ਮੈਂ ਛੋਟੀ ਜਿਹੀ ਸੀ, ਮੈਂ ਆਪਣੀ ਪੀੜਾ ਆਪ ਹੰਡਾਈ ਹੈ। ਸੋ ਦਰਦ ਜਿਹੜਾ ਸੀ ਲੋਕਾਂ ਦਾ, ਉਹਨੇ ਸਾਹਮਣੇ ਪੇਸ਼ ਕੀਤਾ ਸੀ। ਤਾਂ ਅੱਜ ਸੈਂਟਰ ਸਰਕਾਰ ਵੱਲੋਂ ਕੁਝ ਨਾ ਕੁਝ, ਅਜੇ ਬਹੁਤ ਕੁਝ ਕਰਨ ਵਾਲਾ, ਪਰ ਕੁਝ ਨਾ ਕੁਝ ਰਾਹਤ ਸਾਨੂੰ ਮਿਲੀ ਸੀ ਜਦੋਂ ਕਿ ਉਹਨਾਂ ਨੇ ਹੱਥ ਪਾਉਣੇ ਸ਼ੁਰੂ ਕੀਤੇ, ਪਰਚੇ ਦਰਜ ਕਰਨੇ ਸ਼ੁਰੂ ਕੀਤੇ। ਔਰ ਅੱਜ ਇਹਨਾਂ ਦੀ ਕਾਂਗਰਸ ਨੇ ਉੱਥੇ ਮਹਾਰਾਸ਼ਟਰ ਦੇ ਵਿੱਚ ਮੁੱਖ ਮੰਤਰੀ ਬਣਾ ਕੇ ਬਿਠਾਇਆ ਹੋਇਆ ਹੈ। ਉਹਦੀ ਵੀ ਲੜਾਈ ਅਸੀਂ ਲੜ ਰਹੇ ਕਿ ਕਿਸੇ ਤਰੀਕੇ ਨਾਲ ਸ਼ਰਮਾ ਜਿਹੜਾ ਮੁੱਖ ਮੰਤਰੀ ਹੈ ਉਹਨੂੰ ਉੱਥੋਂ ਲਾਇਆ ਜਾਵੇ, ਤਾਂ ਜੋ ਉਹਨੂੰ ਅੰਦਰ ਦਿੱਤਾ ਜਾਵੇ। ਸੋ ਅਸੀਂ ਹਮੇਸ਼ਾ ਹੀ 84 ਦੇ ਜੋ ਕਤਲ ਹੋਏ ਹੈ, 84 ਦਾ ਜੋ ਬਹੁਤ ਵੱਡਾ ਨਸਲਕੁਸ਼ੀ ਹੋਈ ਹੈ, ਉਹਦੀ ਆਵਾਜ਼ ਪਾਰਲੀਮੈਂਟ ਵਿੱਚ ਵੀ, ਬਾਹਰ ਵੀ, ਗਰਾਊਂਡ 'ਤੇ ਵੀ, ਦੁਨੀਆ 'ਚ ਵੀ ਬੁਲੰਦ ਕਰਦੇ ਔਰ ਕਰਦੇ ਰਹਾਂਗੇ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲੇਗਾ। ਬੀਬੀ ਜੀ, ਦਿੱਲੀ ਦੇ ਵਿੱਚ ਬੀਜੇਪੀ ਦਾ ਜਿਹੜਾ ਸਿੱਖ ਸੈੱਲ ਆ, ਉਹਨਾਂ ਵੱਲੋਂ ਜਿਹੜੀਆਂ ਪਗੜੀਆਂ ਵਾ ਉਹ ਮਾਸਕ ਬਣਾਉਣ ਵਾਸਤੇ ਜਿਹੜੀਆਂ ਦਿੱਤੀਆਂ ਗਈਆਂ, ਉਸ ਗੱਲ 'ਤੇ ਹੁਣ ਇਤਰਾਜ਼ ਜਤਾਇਆ ਜਾ ਰਿਹਾ ਵਾ। ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਜੀ ਨੇ ਉਸ ਦੀ ਨਿੰਦਾ ਕੀਤੀ ਆ। ਕਈ ਤਰ੍ਹਾਂ ਦੇ ਨਾਲ ਉਸ ਚੀਜ਼ ਨੂੰ ਜੋੜ ਕੇ ਦੇਖਿਆ ਜਾ ਰਿਹਾ ਹੈ, ਅਤੇ ਕਿਹਾ ਜਾ ਰਿਹਾ ਕਿ ਸਿੱਖਾਂ ਦੀ ਜਿਹੜੀ ਸ਼ਾਨ ਹੈ ਪਗੜੀ ਨੂੰ, ਉਹ ਮਾਸਕ ਬਣਾਉਣ ਲਈ ਨਹੀਂ ਦਿੱਤੀ ਜਾ ਸਕਦੀ। ਇਸ ਜਿਹੜੀ ਚੀਜ਼ ਹੈ ਉਸ ਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ? ਦੇਖੋ, ਮੈਨੂੰ ਤਾਂ ਇਸ ਗੱਲ ਦਾ ਨਹੀਂ ਪਤਾ, ਮੈਂ ਵੀ ਤੁਹਾਨੂੰ ਕਹਾਂ ਕਿ ਕਿਹੜੀ ਪਗੜੀ ਉਤਾਰ ਕੇ ਦਿੱਤੀ ਹੈ। ਬੀਬੀ ਜੀ, ਪਗੜੀਆਂ ਦਾਨ ਦਿੱਤੀਆਂ ਗਈਆਂ, ਪਗੜੀਆਂ ਮਾਸਕ ਬਣਾਉਣ ਵਾਸਤੇ। ਮੇਰਾ ਕਹਿਣ ਤੋਂ ਭਾਵ ਕਿ ਜੇ ਸਿੱਖਾਂ ਨੇ ਕੋਈ ਕੱਪੜਾ ਖਰੀਦ ਕੇ ਦਿੱਤਾ, ਉਹਨੂੰ ਤੁਸੀਂ ਪਗੜੀ ਨਾ ਕਹੋ। ਜੇ ਸਿੱਖਾਂ ਨੇ ਕੋਈ ਕੱਪੜਾ ਖਰੀਦ ਕੇ ਦਿੱਤਾ ਕਿ ਮਾਸਕ ਬਣਾਏ ਜਾਣ, ਉਹਨੂੰ ਅਸੀਂ ਪਗੜੀ 'ਤੇ ਅਸੀਂ ਸਿਰ 'ਤੇ ਦਸਤਾਰ ਸਜਾਉਂਦੇ ਹਾਂ। ਜੇ ਕੋਈ ਨੇ ਕੱਪੜਾ ਲੈ ਕੇ ਦਿੱਤਾ ਉੱਥੇ ਮਾਸਕ ਬਣਾਉਣ ਲਈ, ਉਹ ਵੀ ਇੱਕ ਪੁੰਨ ਹੈ, ਉਹ ਵੀ ਇੱਕ ਸੇਵਾ ਹੈ। ਔਰ ਸਾਨੂੰ ਖੁਸ਼ੀ ਇਸ ਗੱਲ ਦੀ ਕਿ ਸਿੱਖਾਂ ਨੇ ਲੰਗਰ ਦੀ ਗੱਲ ਆਈ ਤਾਂ ਵੀ ਵੱਧ ਤੋਂ ਵੱਧ ਸੇਵਾ ਕੀਤੀ। ਅਤੇ ਜੇ ਮਾਸਕ ਬਣਾਉਣ ਦੀ ਗੱਲ, ਸਾਡੀਆਂ ਇਸਤਰੀ ਅਕਾਲੀ ਦਲ ਦੀਆਂ ਬੀਬੀਆਂ 50-50 ਹਜ਼ਾਰ, ਲੱਖ ਮਾਸਕ ਬਣਾ ਕੇ ਦੇ ਰਹੀਆਂ ਨੇ। ਅਤੇ ਕੱਪੜਾ ਹੀ ਲੱਗਣਾ ਜੀ। ਜੇ ਕੱਪੜਾ ਕਿਸੇ ਦੇ ਘਰ 'ਚ ਪਿਆ ਹੋਇਆ, ਭਾਵੇਂ ਕੋਈ ਸੂਟ ਵੀ ਪਿਆ ਹੋਇਆ, ਭਾਵੇਂ ਕੋਈ ਚੀਜ਼ ਵੀ ਪਈ ਹੋਈ ਹੈ, ਜੇ ਉਹ ਵਰਤ ਕੇ ਕਰਦੇ ਹੈ, ਹਾਂ ਇਹ ਗੱਲ ਮੈਂ ਕਹਿਣ ਕੋਈ ਗੁਰੇਜ਼ ਨਹੀਂ ਕਰਾਂਗੀ ਕਿ ਜੇ ਕਿਸੇ ਦਾ ਅਪਮਾਨ ਕਰਕੇ ਦਸਤਾਰ ਨੂੰ ਹੱਥ ਪਾਇਆ ਜਾਵੇ ਤਾਂ ਉਹ ਬਹੁਤ ਮਾੜੀ ਗੱਲ। ਬੀਬੀ ਜੀ, ਪਰ ਗੱਲ ਇੱਥੇ ਇਹ ਕਹੀ ਜਾ ਰਹੀ ਹੈ ਕਿ ਜਿਹੜਾ ਉਹ ਕੱਪੜਾ ਆ, ਦਸਤਾਰ ਦੇ ਕੱਪੜੇ ਆ, ਉਹ ਉਸ ਚੀਜ਼ ਨੂੰ ਮਾਸਕ ਲਈ ਵਰਤਿਆ ਵੀ ਨਹੀਂ ਜਾ ਸਕਦਾ। ਮੈਂ ਦੇਖੋ, ਮੈਨੂੰ ਪਤਾ ਹੀ ਨਹੀਂ ਹੈਗਾ ਕਿ ਕਿਸ ਢੰਗ ਦੇ ਨਾਲ ਕੱਪੜਾ ਵਰਤਿਆ, ਕਿਹੜਾ ਕੱਪੜਾ ਵਰਤਿਆ, ਮੈਂ ਨਹੀਂ ਕਹਿ ਸਕਦੀ। ਜੇ ਸਿੰਘ ਸਾਹਿਬ ਨੇ ਕਹਿ ਦਿੱਤਾ ਤਾਂ ਉਹਨਾਂ ਨੇ ਕਹਿ ਦਿੱਤਾ ਜੋ ਕੁਛ ਕਹਿ। ਬੀਬੀ ਜੀ, ਹਲਕੇ ਦੀ ਤੁਸੀਂ ਗੱਲ ਕੀਤੀ ਹੈ, ਪਿਛਲੇ 10 ਸਾਲਾਂ ਦੇ ਵਿੱਚ ਤੁਹਾਡੇ ਮੁਤਾਬਕ ਵਿਕਾਸ ਹੋਇਆ, ਰਿਕਾਰਡ ਤੋੜ ਵਿਕਾਸ ਪੰਜਾਬ ਦਾ ਹੋਇਆ, ਔਰ ਉਹਦੇ ਵਿਕਾਸ ਦੇ ਵਿੱਚ ਭੁਲੱਥ ਵੀ ਆਉਂਦਾ। ਪਰ ਜਿਹੜੀ ਕਾਂਗਰਸ ਦੇ ਇੱਥੇ ਆਗੂ ਆ ਜਾਂ ਜਿਹੜੇ MLA ਸਾਹਿਬ ਆ ਭੁਲੱਥ ਦੇ, ਉਹ ਕਹਿ ਰਹੇ ਆ ਕਿ ਜਿਹੜੀਆਂ ਟੁੱਟੀਆਂ ਸੜਕਾਂ ਨੇ, ਚਾਹੇ ਬੇਗੋਵਾਲ ਦੀਆਂ ਹੋਣ ਜਾਂ ਭੁਲੱਥ ਦੀਆਂ ਹੋਣ, ਉਹਨਾਂ ਲਈ ਜ਼ਿੰਮੇਵਾਰੀ ਅਕਾਲੀ ਦਲ ਦੀ ਹੈ, ਕਿਉਂਕਿ ਅਕਾਲੀ ਦਲ ਨੇ 10 ਸਾਲ ਇੱਥੇ ਰਾਜ ਕੀਤਾ ਔਰ ਸੜਕਾਂ ਵੱਲ ਦੇਖਿਆ ਤੱਕ ਨਹੀਂ। ਇਹ ਹੁਣ ਜਿਹੜੀ ਹਾਲਤ ਹੈ ਸੜਕਾਂ ਦੀ, ਇਹਦੇ ਲਈ ਜ਼ਿੰਮੇਵਾਰੀ ਤੁਸੀਂ ਮੰਨਦੇ ਹੋ ਕਿ ਅਕਾਲੀ ਦਲ ਜ਼ਿੰਮੇਵਾਰ ਹੈ ਜਾਂ ਜਿਹੜੀ ਮੌਜੂਦਾ ਸਰਕਾਰ ਆ ਉਹ ਜ਼ਿੰਮੇਵਾਰ? ਦੇਖੋ, ਜਿਹੜੀ ਸਰਕਾਰ ਹੁੰਦੀ ਹੈ, ਜਦੋਂ ਸੜਕਾਂ ਟੁੱਟਦੀਆਂ ਉਹਨੇ ਰਿਪੇਅਰ ਕਰਨੀ ਹੁੰਦੀ ਹੈ, ਉਹਨੇ ਨਵੀਂ ਬਣਾਉਣੀ ਹੁੰਦੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ 10 ਸਾਲ ਸ਼ੀਸ਼ੇਵਾਨ ਸੜਕਾਂ ਲਿਸ਼ਕਾਈਆਂ ਗਈਆਂ ਔਰ ਜਿੰਨੀਆਂ ਵੀ ਸੜਕਾਂ, ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਹੁਣ ਮੇਰੇ ਕੋਲ ਇਸ ਵੇਲੇ ਮੈਂ ਡਾਟਾ ਨਹੀਂ ਲਿਆ, ਜਿੰਨੀਆਂ ਵੀ ਸੜਕਾਂ ਹਲਕੇ ਦੀਆਂ 10 ਫੁੱਟ ਤੋਂ 18 ਫੁੱਟ ਹੋਈਆਂ, 18 ਫੁੱਟ ਤੋਂ 23 ਫੁੱਟ ਹੋਈਆਂ,
ਭਾਵੇਂ ਉਹ ਸੁਭਾਨਪੁਰ ਤੋਂ ਬੇਗੋਵਾਲ ਦੀ ਸੜਕ ਸੀ, ਭਾਵੇਂ ਉਹ ਬੇਗੋਵਾਲ ਤੋਂ ਕਰਤਾਰਪੁਰ ਦੀ ਸੜਕ ਸੀ, ਭਾਵੇਂ ਉਹ ਭਲੱਥ ਤੋਂ ਭੋਗਪੁਰ ਦੀ ਸੜਕ ਸੀ, ਭਾਵੇਂ ਉਹ ਬੇਗੋਵਾਲ ਤੋਂ ਪਟਨੂਰੇ ਦੀ ਸੜਕ ਸੀ। ਸਾਰੀਆਂ ਸੜਕਾਂ ਜਿਹੜੀਆਂ ਸੀ ਜਿੰਨੀਆਂ ਵੀ 23 ਫੁੱਟ ਕੀਤੀਆਂ ਗਈਆਂ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿੱਚ ਅਸੀਂ ਕੀਤੀਆਂ। 10 ਫੁੱਟ ਤੋਂ 18 ਫੁੱਟ ਸੜਕਾਂ ਮੇਰੇ ਖਿਆਲ ਜਾਲ ਵਿਛਾ ਦਿੱਤਾ। ਜਿਹੜੇ ਪੁਲ ਬਣਾਏ, ਭਾਵੇਂ ਉਹ ਬੇਈ ਦੇ ਉੱਤੇ ਭਲੱਥ ਦਾ ਪੁਲ ਸੀ, ਭਾਵੇਂ ਉਹ ਬੇਈ ਦੇ ਉੱਤੇ ਬੇਗੋਵਾਲ ਦਾ ਪੁਲ ਸੀ, ਜਾਂ ਕਾਲਜ ਬਣਾਇਆ ਪੋਲੀਟੈਕਨੀਕਲ ਕਾਲਜ ਬੇਗੋਵਾਲ ਦਾ ਕਾਲਜ ਸੀ। ਜਿੰਨੀਆਂ ਸਰਕਾਰੀ ਇਮਾਰਤਾਂ, ਜਿੰਨੀਆਂ, ਭਾਵੇਂ ਉਹ DSP ਦੀ ਇਮਾਰਤ ਸੀ, ਭਾਵੇਂ ਉਹ NRI ਥਾਣੇ ਦੀ ਇਮਾਰਤ ਸੀ, ਭਾਵੇਂ ਉਹ ਸਬ ਡਿਵੀਜ਼ਨ ਹਸਪਤਾਲ ਸੀ, ਭਾਵੇਂ ਉਹ ਸਬ ਡਿਵੀਜ਼ਨ ਕੰਪਲੈਕਸ ਸੀ, STM ਦਾ ਕੰਪਲੈਕਸ ਸੀ, ਜਾਂ ਹਸਪਤਾਲਾਂ ਦੀਆਂ ਬਿਲਡਿੰਗਾਂ ਸੀ ਸਾਰੇ ਹਲਕੇ ਦੀਆਂ, ਉਹ ਸਾਰੀਆਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 'ਚ ਬਣਾਈਆਂ। ਜਿੰਨੀਆਂ ਮੰਡੀਆਂ, ਇਹਨਾਂ ਦੇ ਸ਼ੈੱਡ ਬਣਾਉਣੇ, ਮੰਡੀਆਂ ਚੌੜੀਆਂ ਕਰਨੀਆਂ, ਇਹਨਾਂ ਦੇ ਹੋਰ ਨਵੀਆਂ ਮੰਡੀਆਂ ਬਣਾਉਣੀਆਂ, ਜਿਸ ਤਰ੍ਹਾਂ ਨਡਾਲਾ ਨਵੀਂ ਮੰਡੀ ਬਣੀ, ਬੇਗੋਵਾਲ 'ਚ ਨਵੀਂ ਮੰਡੀ ਬਣੀ, ਦਾਣਾ ਮੰਡੀ, ਇਹ ਸਾਰੀਆਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 'ਚ ਬਣੀਆਂ। ਤੀਜੀ ਗੱਲ, ਜਿਹੜੀਆਂ ਸੜਕਾਂ ਤੁਸੀਂ ਗੱਲ ਕਰਦੇ ਹੋ ਕਿ ਬੇਗੋਵਾਲ ਤੋਂ ਨਡਾਲਾ ਜਿਹੜੀ ਸੜਕ ਹੈ ਟੁੱਟ ਗਈ, ਬੇਗੋਵਾਲ ਤੋਂ ਸੁਭਾਨਪੁਰ ਨਾਲ ਇਹ ਟੁੱਟ ਗਈ। ਹੁਣ ਜਿਹੜੀ ਸੜਕ 2013 'ਚ ਬਣੀ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤਾਂ ਉਦੋਂ ਸੀ ਨਾ, 2013 'ਚ ਬਣੀ, ਜਾਂ 2014 'ਚ ਬੇਗੋਵਾਲ ਤੋਂ ਭੋਗਪੁਰ ਦੀ ਬਣੀ, ਬੇਗੋਵਾਲ ਤੋਂ ਭਲੱਥ ਦੀ ਬਣੀ ਜੀ। ਇਹ ਸੜਕਾਂ ਦੀ ਡਿਊਰੇਸ਼ਨ ਕੀ ਹੁੰਦੀ ਹੈ? 5 ਸਾਲ। 5 ਸਾਲ ਬਾਅਦ ਸੜਕ ਨੇ ਰਿਪੇਅਰ ਹੋਣਾ ਹੁੰਦਾ, 5 ਸਾਲ ਬਾਅਦ ਦੁਬਾਰਾ PC ਪਾਉਣੀ ਹੁੰਦੀ ਹੈ, ਮੁਰੰਮਤ ਕਰਨੀ ਹੁੰਦੀ ਹੈ। ਇਹ ਸੜਕ ਦੀ ਡਿਊਰੇਸ਼ਨ ਜਿਹੜੀ ਹੈ 2017 ਦੇ ਵਿੱਚ ਇਹਨਾਂ ਨੇ ਸੜਕਾਂ ਨੇ ਬਣਨਾ ਸੀ। ਹੁਣ ਜਿਹੜੀ 13 ਦੀ ਬੜੀ ਸੜਕ ਸੀ ਉਹਨੇ 17 'ਚ ਬਣਨਾ ਸੀ, 18 'ਚ ਬਣਨਾ ਸੀ, ਉਹ ਸੜਕਾਂ ਨੂੰ ਹੱਥ ਨਹੀਂ ਲਾਇਆ ਗਿਆ। ਔਰ ਜਿੰਨੇ ਟਰਾਲੇ ਰੇਤਾ ਦੇ, ਬਜਰੀ ਦੇ ਪਠਾਨਕੋਟ ਤੋਂ ਆ ਜਾਣ, ਗੁਰਦਾਸਪੁਰ ਤੋਂ ਆ ਜਾਣ, ਉਹ ਸਾਰੇ ਇਹਨਾਂ ਸੜਕਾਂ ਤੋਂ ਲੰਘਦੇ ਆ, ਕਿਉਂਕਿ ਟਾਂਡੇ ਵਾਲੇ ਪਾਸੇ ਵੀ ਟੋਲ ਲੱਗਾ ਸੀ, ਦੂਜੇ ਪਾਸੇ ਵੀ ਟੋਲ ਲੱਗਾ ਸੀ। ਜਿੰਨੇ ਮਾਲਵੇ ਨੂੰ ਇੱਥੋਂ ਜਾਂਦੇ ਆ ਟਰਾਲੇ, ਉਹ ਸਾਰੇ ਇੱਥੋਂ ਦੀ ਲੰਘ ਕੇ ਜਾਂਦੇ ਆ। ਤੀਜੀ ਗੱਲ ਕਿ ਜਦੋਂ ਅਸੀਂ ਪੈਚ ਵਰਕ ਵੀ ਨਹੀਂ ਲਾਇਆ, ਪਿਛਲੀ ਵਾਰੀ ਸਰਕਾਰ ਕਾਂਗਰਸ, ਜੋ ਸਾਡੀ ਸਰਕਾਰ ਸੀ, ਤੇ ਅਸੀਂ ਕਾਂਗਰਸ ਵਾਲਿਆਂ ਨੂੰ ਪੁੱਛਿਆ ਕਿ ਤੁਸੀਂ 5 ਸਾਲ 'ਚ ਸੜਕਾਂ ਦਾ ਕੀ ਕੀਤਾ, ਕਿੰਨੀਆਂ ਬਣਾਈਆਂ ਸੀ, ਤੇ ਇੱਕ ਕੰਮ ਦੱਸ ਦਿਓ ਜਿਹੜਾ ਕੀਤਾ ਸੀ। ਤੇ ਚੰਨੀ ਉਸ ਵੇਲੇ ਓਪੋਜੀਸ਼ਨ ਲੀਡਰ ਸੀ, ਤੇ ਉਹਨੇ ਖੜਾ ਹੋ ਕੇ ਕਿਹਾ 5 ਸਾਲ 'ਚ ਅਸੀਂ ਸਾਰਾ ਪੈਚ ਵਰਕ ਨਹੀਂ ਕੀਤਾ ਪੰਜਾਬ ਦੀਆਂ ਸੜਕਾਂ ਦਾ। ਐਤਕੀ ਤੇ 5 ਸਾਲ ਕੀ 3 ਸਾਲ ਬੀਤ ਗਏ ਹੈ, ਸਰਕਾਰ ਦਾ ਪੈਚ ਵਰਕ ਵੀ ਨਹੀਂ ਕਰ ਸਕੇ। ਸੋ ਜਿਹੜੇ ਬੰਦੇ ਪੈਚ ਵਰਕ ਵੀ ਨਹੀਂ ਸਰਕਾਰ ਕਰ ਸਕਦੀ, ਤੇ ਹੁਣ ਸੜਕ ਦੇ ਉੱਤੇ ਬਰਸਾਤ ਆਉਂਦੀ ਹੈ, ਟੋਆ ਪੈਂਦਾ ਹੈ, ਮੰਨ ਲਓ ਉਹ ਟੋਆ ਪਿਆ, ਇੱਕ ਟੋਆ ਪੈ ਗਿਆ, ਜਿਉਂ ਟਰਾਲੇ ਲੰਘਣੇ ਹੈ ਟੋਆ ਵੱਡਾ ਹੋ ਜਾਂਦਾ। ਇਸ ਕਰਕੇ ਜਿੱਥੇ ਜਿੱਥੇ ਪਾਣੀ ਖੜਾ ਹੁੰਦਾ ਜਾਂ ਬਰਸਾਤ ਹੁੰਦੀ ਹੈ, ਜਿਉਂ ਹੀ ਪਾਣੀ ਪੈਂਦਾ ਟੋਆ ਗਾਂ ਤੋਂ ਗਾਂ ਵਧੀ ਜਾਂਦਾ। ਹੁਣ ਅਸੀਂ ਟੋਏ ਭਰਦੇ, ਅਸੀਂ ਬੇਗੋਵਾਲ ਵਾਲੇ, ਅਸੀਂ ਪੈਸਾ ਇਕੱਠਾ ਕਰਕੇ 8-10 ਲੱਖ ਰੁਪਇਆ ਲਾਤਾ, ਕੋਈ 5 ਲੱਖ ਲਾਤਾ, ਕੋਈ 2 ਲੱਖ ਲਾਤਾ, ਅਸੀਂ ਟੋਏ ਭਰਦੇ ਹਾਂ। ਲੇਕਿਨ ਜਿਉਂ ਹੀ ਬਰਸਾਤ ਹੁੰਦੀ ਹੈ ਟੋਏ 'ਚੋਂ ਬਜਰੀ ਮਿੱਟੀ ਨਿਕਲ ਜਾਂਦੀ ਹੈ, ਜਾਂ ਸੀਮੈਂਟ ਪਾਣੀ ਇੱਦਾਂ ਫੜ ਨਹੀਂ ਸਕਦੀ, ਨਹੀਂ ਫੜਿਆ ਜਾ ਸਕਦਾ। ਸੋ ਇਹ ਜਿਹੜੀ ਸੜਕਾਂ ਟੁੱਟਣ ਦਾ ਕਾਰਨ ਹੈ ਕਿ ਬਣੀਆਂ ਸੜਕਾਂ ਜਿਹੜੀਆਂ ਸੀ ਬਿਲਕੁਲ ਇੰਨੀਆਂ ਸੋਹਣੀਆਂ ਬਣਾਈਆਂ ਸੀ, ਲੋਕ ਕਹਿੰਦੇ ਸੀ ਬੀਬੀ ਜੀ ਸੜਕਾਂ ਇੰਨੀਆਂ ਤੇਜ਼ ਚੱਲਣ ਲੱਗ ਪਈਆਂ ਮੋਟਰਸਾਈਕਲ ਕਿ ਐਕਸੀਡੈਂਟ ਹੋਣ ਦਾ ਡਰ ਪੈ ਗਿਆ, ਤੇ ਫਿਰ ਸਾਨੂੰ ਬੈਰੀਕੇਡਰ ਲਾਉਣੇ ਪਏ, ਬੈਰੀਕੇਡਿੰਗ ਕਰਾਓ, ਫਿਰ ਬੈਰੀਕੇਡਿੰਗ ਕਰਾਈ ਅਸੀਂ, ਤੇ ਆਲੇ ਦੁਆਲੇ ਇੰਡੀਕੇਟਰ ਲਵਾ ਕੇ। ਤੁਸੀਂ ਅਜੇ ਵੀ ਦੇਖੋ, ਕਹਿੰਦੇ ਰਾਤ ਨੂੰ ਆਉਂਦੇ ਹੋ ਨਾ, ਲੋਕੀ ਕਹਿੰਦੇ ਸੀ ਇੰਨੀਆਂ ਚਿੱਟੀਆਂ ਲਾਈਟਾਂ ਜਗਦੀਆਂ ਥੱਲੇ, ਆਲੇ ਦੁਆਲੇ ਇੰਡੀਕੇਟਰ ਚੱਲਦੇ ਆ, ਤੇ ਇਹ ਸੜਕਾਂ ਦਾ ਇੱਕ ਨਵਾਂ ਹੀ ਕਹਿੰਦੇ ਸੀ, ਇਸ 'ਤੇ ਜਲੰਧਰ ਨੂੰ ਵੀ ਟੁੱਚ ਕਰ ਦਿੱਤਾ, ਇੰਨੀਆਂ ਸੋਹਣੀਆਂ ਬਣੀਆਂ ਸੀ। ਪਰ ਅਫਸੋਸ ਹੈ ਕਿ ਇਹ ਸਰਕਾਰ ਨੇ ਫਿਰ ਅਸੀਂ ਕਹਿ ਕੇ ਕਿ ਟੈਂਡਰ ਲਵਾਏ ਹੈ, ਹੁਣ ਟੈਂਡਰ ਦੋਵਾਂ ਦੇ ਸੜਕਾਂ 'ਤੇ ਲੱਗੇ ਹੋਏ ਆ, ਬੇਗੋਵਾਲ ਤੋਂ ਸੁਭਾਨਪੁਰ ਵਾਲੀ ਦਾ, ਇੱਧਰੋਂ ਬੇਗੋਵਾਲ ਤੋਂ ਭਲੱਥ ਵਾਲੀ ਦਾ, ਪਰ ਨਹੀਂ ਬਣਨੀ। ਕਹਿੰਦੇ ਪੈਸਾ ਹੀ ਹੈ ਨਹੀਂ, ਪੈਸਾ ਹੀ ਹੈ ਨਹੀਂ। ਪੈਸਾ ਕਿੱਥੋਂ ਆਊਗਾ? 5600 ਕਰੋੜ ਰੁਪਏ ਦੀ ਤੇ ਜਾਲੀ ਸ਼ਰਾਬ ਵੇਚ ਕੇ, ਜਿਹੜੀ ਸਰਕਾਰ ਦੇ ਖਾਨੇ 'ਚ ਨਹੀਂ ਆਈ। ਫਿਰ ਰੇਤਾ ਸਾਰੀ ਬਜਰੀ ਜਿਹੜੀ ਹੈ ਉਹ ਸਾਰੇ ਠੇਕੇਦਾਰਾਂ ਨੂੰ, ਜਿਹੜੀ ਉਹਨਾਂ 26 ਕਰੋੜ ਰੁਪਈਆ ਜਮ੍ਹਾਂ ਕਰਾਉਣਾ ਸੀਗਾ ਮਹੀਨੇ ਦਾ, ਇਹਨਾਂ ਨੇ 4 ਕਰੋੜ 80 ਲੱਖ ਤੇ ਲਿਆ ਦਿੱਤਾ, ਬਾਕੀ ਸਾਰਾ ਕੁਝ ਮਾਫ ਕਰਤਾ। ਸਾਰਾ ਪੈਸਾ ਤੇ ਇਹਨਾਂ ਦੇ ਮੰਤਰੀਆਂ ਦੇ ਤੇ MLA ਦੇ ਘਰਾਂ 'ਚ ਜਾ ਰਿਹਾ, ਸਰਕਾਰ ਦੇ ਖਜ਼ਾਨੇ 'ਚ ਤਾਂ ਕੁਝ ਆ ਨਹੀਂ ਰਿਹਾ। ਜਿਹੜੀ ਚੀਜ਼ ਲੋਕਡਾਊਨ ਹੋਇਆ ਜਦੋਂ ਮੇਰਾ ਖਿਆਲ ਸਾਰੇ ਮੰਤਰੀ MLA ਉਹਨਾਂ ਨੇ ਜੋਰ ਲਾ ਕੇ, ਜੋ ਰੇਤਾ ਦਾ ਪੈਸਾ, ਜੋ ਐਕਸਾਈਜ਼ ਦਾ ਪੈਸਾ ਸਾਰੇ ਆਪਣਾ ਘਰਾਂ 'ਚ ਵੜ ਲਿਆ। ਸ਼ਰਾਬ ਦੇ ਭੱਠੀਆਂ ਫੜੀਆਂ ਗਈਆਂ ਜਾਲੀ, ਔਰ 50-50 ਲੱਖ ਦੀ ਸ਼ਰਾਬ ਇੱਕ ਦਿਨ ਭੱਠੀਆਂ 'ਚੋਂ ਵਿਕੀ। ਤੇ ਜੇ ਲੜਾਈ ਪਈ ਸੀ ਚੀਫ ਸੈਕਟਰੀ ਤੇ ਮੰਤਰੀਆਂ ਦੀ, ਉਹ ਕਾਹਦੀ ਪਈ ਸੀ? ਉਹਨੇ ਇਹੀ ਕਹਿ ਦਿੱਤਾ ਨਾ ਕਿ ਜਾਲੀ ਸ਼ਰਾਬ ਦਾ ਸਾਰਾ ਤੁਹਾਨੂੰ ਪਤਾ ਹੈ, ਮਨਪ੍ਰੀਤ ਜੀ ਨੂੰ ਪਤਾ ਬਠਿੰਡੇ ਕੀ ਹੋ ਰਿਹਾ ਹੈ, ਤੇ ਉਸ ਵੇਲੇ ਸਾਰੇ ਲੜ ਪਏ।
ਫਿਰ ਕਹਿੰਦੇ ਜੀ ਹੁਣ ਕੱਢੋ ਇਹਨੂੰ, ਚੀਫ ਸੈਕਟਰੀ ਨੂੰ ਕੱਢੋ ਇਹਨੂੰ। ਚੀਫ ਸੈਕਟਰੀ ਜਿਹੜੇ ਆ ਬਹੁਤ ਅੱਛੇ ਅਫਸਰ ਨੇ, ਅਸੀਂ ਨਹੀਂ ਕਹਿੰਦੇ, ਜੋ ਗਲਤ ਹੈ ਤਾਂ ਉਹਨੂੰ ਉਹ 'ਤੇ ਐਕਸ਼ਨ ਲੈਣਾ ਚਾਹੀਦਾ ਜੀ। ਪਰ ਇਹ ਭਾਂਡਾ ਭੰਨ ਕੇ ਕਿ ਚੀਫ ਸੈਕਟਰੀ ਦਾ ਕਸੂਰ ਹੈ ਤੇ ਉਹ ਤਾਂ ਕਹੀ ਜਾਂਦਾ ਤੁਹਾਡਾ ਕਸੂਰ ਹੈ। ਫਿਰ ਕੈਪਟਨ ਸਾਹਿਬ ਇਹ ਫਿਰ ਜੇ ਅਣਖੀ ਸੀ, ਇਹ ਕਹਿੰਦੇ ਸੀ ਅਸੀਂ ਬਹਿਣਾ ਹੀ ਨਹੀਂ ਵਿੱਚ, ਜਿੰਨੇ ਚੀਫ ਸੈਕਟਰੀ ਨੇ ਦਿੱਤਾ। ਜਦੋਂ ਸੁਲ੍ਹਾ ਕਰਾਤੀ ਤੇ ਤੁਸੀਂ ਮੇਰੀ ਨਾ ਦੱਸਿਓ, ਮੈਂ ਤੁਹਾਡੀ ਨਾ ਦੱਸਾਂ, ਚੁੱਪ ਕਰ ਜਾਓ, ਸਾਰਾ ਕੁਝ ਠੱਪ ਕਰ ਦਿਓ। ਤੇ 5600 ਕਰੋੜ ਰੁਪਏ ਕਿੱਥੋਂ ਭਰਿਆ? ਫਿਰ ਉਹਨਾਂ ਨੇ ਕਿਹਨੇ ਭਰਿਆ? ਹੁਣ ਚੀਫ ਸੈਕਟਰੀ ਜਾਂ ਅਫਸਰ ਭਰਨਗੇ ਕਿ ਮੰਤਰੀ ਭਰਨਗੇ ਕਿ MLA ਭਰਨਗੇ? ਸੋ ਇਹ ਗੱਲਾਂ ਬੇਟਾ, ਇਹ ਜਿਹੜੀਆਂ ਚੀਜ਼ਾਂ ਨੇ ਜੀ, ਇਹ ਬੜੀਆਂ ਦੁਖਦਾਈ ਹੈ। ਪੰਜਾਬ ਦਾ ਵੱਡਾ ਨੁਕਸਾਨ ਹੋਇਆ, ਪੰਜਾਬ ਦੀ ਡਿਵੈਲਪਮੈਂਟ ਰੁਕ ਗਈ, ਪੰਜਾਬ ਦਾ ਬਹੁਤ ਵੱਡਾ ਇਸ ਵੇਲੇ ਬੇਹਾਲ ਹੋਇਆ ਪਿਆ। ਕੋਈ ਇਹਨਾਂ ਨੇ ਲੋਕਡਾਊਨ ਹੋਇਆ, ਕਿਸੇ ਗਰੀਬ ਦੀ ਨਹੀਂ ਸੁਣੀ, ਕਿਸੇ ਨੂੰ ਕੋਈ ਲੰਗਰ ਨਹੀਂ ਵਰਤਾਇਆ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਟੀਚਾ ਨਾ ਚੁੱਕਦੀ, ਆਪਣਾ ਹੱਥਾਂ 'ਚ ਨਾ ਲੈਂਦੀ ਲੋਕਾਂ ਦੀ ਸੇਵਾ, ਜੇ ਸੇਵਾ ਸੁਸਾਇਟੀਆਂ, ਜੇ ਸਾਡੀਆਂ ਧਾਰਮਿਕ ਸੰਸਥਾਵਾਂ ਜਾਂ ਕੋਈ ਵੀ ਮੰਦਰਾਂ ਵਾਲੇ, ਗੁਰਦੁਆਰਿਆਂ ਵਾਲੇ, ਸੇਵਾ ਸੁਸਾਇਟੀਆਂ ਜੋ ਦਰਦ ਰੱਖਦੀਆਂ ਸੀ ਮਨੁੱਖਤਾ ਦਾ, ਜੇ ਉਹ ਲੋਕਾਂ ਦੇ ਘਰਾਂ ਤੱਕ ਅਨਾਜ ਨਾ ਪਹੁੰਚਾਉਂਦੇ, ਇਹ ਸਮਝੋ ਲੋਕਾਂ ਦਾ ਬੁਰਾ ਹਾਲ ਸੀ। ਅੱਜ ਮਜ਼ਦੂਰ ਇਹਨਾਂ ਨੇ ਉਸ ਸਮੇਂ ਕੱਢੇ ਹੈ, ਉਹਨਾਂ ਨੂੰ ਰੱਖ ਨਹੀਂ ਸਕੇ। ਮਜ਼ਦੂਰ ਉਸ ਸਮੇਂ ਕੱਢੇ ਜਿੱਥੇ ਕਿਸਾਨ ਅੱਜ ਲੇਬਰ ਲੱਭਦਾ ਫਿਰਦਾ, ਕਿਸਾਨ ਦੀ ਲੇਬਰ ਨਹੀਂ ਮਿਲ ਰਹੀ, ਕਿਸਾਨ ਮਰ ਗਿਆ। ਇਸ ਕਰਕੇ ਮੈਂ ਇਹ ਸਮਝਦੀ ਹਾਂ ਕਿ ਸਾਨੂੰ ਬੜਾ ਸੁਚੇਤ ਹੋਣ ਦੀ ਲੋੜ ਹੈ ਆਉਣ ਵਾਲੇ ਸਮੇਂ ਦੇ ਵਿੱਚ। ਬੀਬੀ ਜੀ, ਪੰਜਾਬ ਦੀ ਸਿਆਸਤ 'ਚ ਪਿਛਲੇ ਦਿਨੀ 2 ਚਰਚਾਵਾਂ ਸਾਹਮਣੇ ਆ ਰਹੀਆਂ ਨੇ। ਪਹਿਲੀ ਚਰਚਾ ਇਹ ਕਿ ਭੁਲੱਥ ਦੇ ਜਿਹੜੇ ਵਿਧਾਇਕ ਆ ਸੁਖਪਾਲ ਸਿੰਘ ਖਹਿਰਾ, ਉਹ ਸ਼੍ਰੋਮਣੀ ਅਕਾਲੀ ਦਲ 'ਚ ਜਾ ਸਕਦੇ ਆ, ਅਤੇ ਦੂਜੀ ਚਰਚਾ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਕਾਂਗਰਸ ਦੇ ਵੱਡੇ ਲੀਡਰ ਆ, ਉਹ ਆਮ ਆਦਮੀ ਪਾਰਟੀ ਵਿੱਚ ਜਾ ਸਕਦੇ ਆ। ਜੇ ਇਹ ਦੋਨੀਆਂ ਜਿਹੜੀਆਂ ਚਰਚਾਵਾਂ ਆ, ਜੇ ਇਹਨਾਂ 'ਚ ਵਾਕਿਆ ਹੀ ਸੱਚਾਈ ਆ, ਤਾਂ ਪੰਜਾਬ ਦੀ ਸਿਆਸਤ ਕਿਸ ਵੱਲ ਜਾ ਸਕਦੀ ਹੈ? ਦੇਖੋ, ਮੈਂ ਇੱਕ ਗੱਲ ਕਹਾਂ, ਜਿਹੜੇ ਬੰਦਿਆਂ ਨੇ ਹਮੇਸ਼ਾ ਹੀ ਇਹੀ ਸੋਚਿਆ ਹੋਵੇ ਕਿ ਮੈਂ ਇੱਧਰ ਚੱਲ ਜਾਣਾ, ਮੈਂ ਇੱਧਰ ਜਾਣਾ, ਅਤੇ ਗੁਰਬਾਣੀ ਕਹਿੰਦੀ ਹੈ ਬਹੁਤੀ ਕਰੀਬ ਪ੍ਰਾਹੁਣਾ ਜੋ ਰਹਿੰਦਾ ਭੁੱਖਾ। ਇਹ ਜਿਹੜੇ ਲੋਕ ਆ, ਇਹਨਾਂ ਦੀ ਭੁੱਖ ਨਹੀਂ ਕਦੀ ਪੂਰੀ ਹੋ ਸਕਦੀ। ਅਤੇ ਬਹੁਤੇ ਘਰਾਂ ਵਿੱਚ ਜਿਹੜਾ ਫਿਰਦਾ ਨਾ, ਅਤੇ ਉਹ ਸਾਰੇ, ਕੋਈ ਕਹਿੰਦਾ ਉਹਨੇ ਖਵਾਤੀ ਹੋਣੀ, ਕੋਈ ਕਹਿੰਦਾ ਨਾ ਉਹਨੇ ਖਵਾਤੀ ਹੋਈ, ਕੋਈ ਕਹਿੰਦਾ ਨਾ ਉਹਨੇ ਅੱਗੇ ਕੁਛ ਰੱਖਤਾ ਹੋਣਾ, ਅਤੇ ਘਰ ਆ ਕੇ ਕਹਿੰਦਾ ਮੈਂ ਤਾਂ ਬਹੁਤ ਥਾਵਾਂ 'ਤੇ ਘੁੰਮ ਕੇ ਆਇਆ ਅਤੇ ਮੈਂ ਤਾਂ ਭੁੱਖਾ ਹੀ ਹਾਂ, ਮੈਨੂੰ ਰੋਟੀ ਦਿਓ। ਆਹ ਹਾਲ ਇਹਨਾਂ ਲੋਕਾਂ ਦਾ। ਇਹਨੇ ਦਰ ਦੇ ਉੱਤੇ ਘੁੰਮਣਾ, ਦਰ 'ਤੇ ਜਾਣਾ। ਮੈਨੂੰ ਇਹ 'ਚ ਕੋਈ ਸੱਚਾਈ ਦਾ ਨਹੀਂ ਪਤਾ ਕਿ ਕੌਣ ਆ ਰਿਹਾ, ਕੌਣ ਜਾ ਰਿਹਾ, ਪਰ ਇਹ ਮੈਂ ਜ਼ਰੂਰ ਕਹੂੰਗੀ ਕਿ ਬਹੁਤ ਹੀ ਕਰੀਬ ਪ੍ਰਾਹੁਣਾ ਜੋ ਰਹਿੰਦਾ ਭੁੱਖਾ, ਬਸ। ਠੀਕ। ਜੇ ਸੁਖਪਾਲ ਸਿੰਘ ਖਹਿਰਾ ਆਉਂਦੇ ਅਕਾਲੀ ਦਲ 'ਚ, ਅਸੈਪਟ ਕਰੋਗੇ ਤੁਸੀਂ? ਮੈਂ ਜੇ ਨੂੰ ਕਦੀ ਮੰਨਦੀ ਨਹੀਂ, ਮੈਂ ਨਹੀਂ ਜੇ ਨੂੰ ਮੰਨਦੀ। ਜਦੋਂ ਉਹ ਸਮਾਂ ਆਏਗਾ ਮੈਂ ਫਿਰ ਜਵਾਬ ਦਿਆਂਗੀ। ਬੀਬੀ ਜੀ, ਹੁਣ ਕਿਉਂਕਿ ਜਾਣਨਾ ਚਾਹੁੰਦੇ ਨੇ ਤੁਹਾਡੇ ਵਾਲੇ ਲੋਕ, ਸਿਆਸਤ ਵਿੱਚ ਕਿਵੇਂ ਆਉਣਾ ਹੋਇਆ? ਕਿਉਂਕਿ ਤੁਸੀਂ ਇੱਕ ਐਜੂਕੇਸ਼ਨ ਦੇ ਨਾਲ ਜੁੜੇ ਹੋਏ ਸੀ, ਸੈਕਟਰ ਦੇ ਨਾਲ ਟੀਚਰ ਸੀ, ਫਿਰ ਸਿਆਸਤ ਵਾਲੇ ਇਹ ਸਫ਼ਰ ਕਿਵੇਂ ਮੁੜ ਗਿਆ? ਸਭ ਕੁਝ ਮਨੁੱਖ ਦੀਆਂ ਤਕਦੀਰਾਂ 'ਚ ਲਿਖਿਆ ਹੁੰਦਾ। ਕਦੀ ਮਨੁੱਖ ਆਪਣੀ ਕਿਸਮਤ ਨੂੰ ਮਿਹਨਤ ਕਰਕੇ ਆਪਣੀ ਜ਼ਿੰਦਗੀ ਦਾ ਫਲਸਫੇ ਨੂੰ ਛੋਹਣ ਦੀ ਕੋਸ਼ਿਸ਼ ਕਰੇ, ਉਹ ਤਾਂ ਹੀ ਹੁੰਦੀ ਹੈ ਜੇ ਤੁਹਾਡੀ ਤਕਦੀਰ 'ਚ ਲਿਖਿਆ ਹੋਵੇ। ਕੰਮ ਕਰਨਾ ਸਾਡਾ ਫਰਜ਼ ਹੈ। ਮੈਂ ਇੱਕ ਉਸ ਪਰਿਵਾਰ ਨਾਲ ਸੰਬੰਧਿਤ ਹੈ ਜਿੱਥੇ ਐਜੂਕੇਸ਼ਨ ਦਾ ਹੀ ਸੰਬੰਧ ਹੈ ਜੀ। ਆਫਿਸਰ ਲਾਈਨ ਦਾ, ਭਾਵੇਂ ਕੋਈ ਸਾਇੰਟਿਸਟ ਹੋਇਆ, ਭਾਵੇਂ ਕੋਈ ਟੀਚਰ ਹੋਇਆ, ਭਾਵੇਂ ਕੋਈ ਲੈਫਟੀਨੈਂਟ ਕਰਨਲ ਰਿਟਾਇਰ ਮੇਰੇ ਪਰਿਵਾਰ ਦੇ ਮੇਰੇ ਭਰਾ ਹੋਏ। ਮੈਂ ਇੱਕ ਅਧਿਆਪਕਾ ਦੇ ਤੌਰ ਦੇ ਉੱਤੇ ਕੰਮ ਕੀਤਾ। ਫਿਰ ਮੈਂ ਵਾਹਿਗੁਰੂ ਨੇ ਇਸ ਘਰ ਵਿੱਚ ਮੈਨੂੰ ਬਖਸ਼ਿਸ਼ ਕਰਤੀ, ਮੈਂ ਇਸ ਘਰ 'ਚ ਆ ਗਈ। ਹੁਣ ਇਹ ਘਰ ਜਿਹੜਾ, ਇਹਦੀ ਬੈਕਗਰਾਊਂਡ ਦੇਖੀਏ, ਇਸ ਘਰ ਦੀ ਬੈਕਗਰਾਊਂਡ, ਇਸ ਅਸਥਾਨ ਦੀ ਬੈਕਗਰਾਊਂਡ ਕਿੱਥੋਂ ਸੰਤ ਬਿਸ਼ਨ ਸਿੰਘ ਜੀ ਮਰਾੜੇ ਤੋਂ ਚੱਲਦੀ ਹੈ ਜੀ। ਅਤੇ ਉਹ ਮਰਾੜੇ ਦੀ ਧਰਤੀ ਦੇ ਉੱਤੇ ਸੰਤ ਪ੍ਰੇਮ ਸਿੰਘ ਜੀ ਮਰਾੜੇ ਵਾਲਿਆਂ ਨੇ ਸੇਵਾ ਕੀਤੀ ਜੀ, ਜਿਨ੍ਹਾਂ ਨੇ, ਮੇਰਾ ਖਿਆਲ ਹੈ ਕਿ ਦੁਨੀਆ ਦੇ ਲੋਕ ਜਾਣਦੇ ਹੈ ਉਹਦੀ ਨਿਸ਼ਕਾਮ ਸੇਵਾ ਨੂੰ, ਉਹਦੀ ਭਗਤੀ, ਉਹਦੀ ਸ਼ਕਤੀ। ਔਰ ਉਸ ਸ਼ਖਸੀਅਤ ਨੇ ਇੱਕ ਇੰਸਟੀਟਿਊਸ਼ਨ ਬਣ ਕੇ ਕੰਮ ਕੀਤਾ, ਧਾਰਮਿਕ ਪ੍ਰਚਾਰ ਵੀ ਕੀਤਾ, ਸਮਾਜਿਕ ਵੀ ਕੰਮ ਕੀਤੇ, ਔਰ ਰਾਜਨੀਤੀ ਵਿੱਚ ਵੀ ਕੰਮ ਕੀਤਾ ਜੀ। ਐਜੂਕੇਸ਼ਨ ਦਾ ਹੀ ਪ੍ਰਸਾਰ ਕੀਤਾ। ਉਸ ਸਮੇਂ ਲੋਕਾਂ ਨੂੰ ਐਜੂਕੇਸ਼ਨ ਦਿੱਤੀ ਜਦੋਂ ਐਜੂਕੇਸ਼ਨ ਦਾ ਨਾਂ ਨਿਸ਼ਾਨ ਨਹੀਂ ਸੀ। ਪਾਕਿਸਤਾਨ ਦੇ ਸਮੇਂ 'ਚ ਹੀ ਸਕੂਲ ਖੋਲ੍ਹੇ, ਔਰ ਜਿਨ੍ਹਾਂ ਸਕੂਲਾਂ 'ਚੋਂ ਪੜ੍ਹ ਕੇ ਅੱਜ ਸਾਡੇ ਲੈਫਟੀਨੈਂਟ ਜਨਰਲ, ਕਰਨਲ, ਬ੍ਰਿਗੇਡੀਅਰ, ਸਾਰੇ ਡਾਕਟਰਸ, ਇੰਜੀਨੀਅਰ ਜਿਹੜੇ ਬਣੇ, ਉਹਨਾਂ ਸਕੂਲਾਂ ਦੇ ਪੜ੍ਹੇ। ਅੱਜ ਵੀ ਅਫਸਰ ਸਾਡੇ ਉਹਨਾਂ ਸਕੂਲਾਂ ਦੇ ਪੜ੍ਹੇ। ਸੋ ਉਹ ਚਲਦੀ
ਬਾਬਾ ਪ੍ਰੇਮ ਸਿੰਘ ਜੀ ਦੀ ਜੋ ਸੇਵਾ ਐਡੀ ਪ੍ਰਵਾਨ ਹੋਈ, ਹਰ ਕੀ ਪੌੜੀ ਦੇ ਉੱਤੇ ਪੱਥਰ ਲੱਗਾ ਹੋਇਆ ਚੜ੍ਹਦੇ ਪਾਸੇ ਕਿ ਸਾਰੇ ਪੱਖ ਦੀ ਸੇਵਾ ਸੰਤ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਨੇ ਕੀਤੀ 1924 ਦੇ ਵਿੱਚ ਜੀ। ਸੋ 1921 ਚ ਸਕੂਲ ਖੋਲ੍ਹਿਆ, 1937 ਸਕੂਲ ਖੋਲ੍ਹਿਆ, 1945 ਸਕੂਲ ਖੋਲ੍ਹਿਆ, 1946 ਚ ਸਕੂਲ ਖੋਲ੍ਹਿਆ, ਔਰ ਸਕੂਲ ਵੀ ਇੱਕ ਨਾਮੀ ਸਕੂਲ ਖੋਲ੍ਹੇ ਜਿੱਥੇ ਧਾਰਮਿਕ ਵਿੱਦਿਆ ਵੀ ਸੀ, ਅਰਦਾਸ ਕਰਦੀ ਸੰਗਤ ਸਵੇਰੇ, ਫਿਰ ਜਾ ਕੇ ਬੱਚਿਆਂ ਦੀ ਪੜ੍ਹਾਈ ਸ਼ੁਰੂ ਹੁੰਦੀ ਸੀ ਜੀ। ਇਸੇ ਤਰ੍ਹਾਂ ਬਾਬਾ ਜੀ ਦੇ ਜਦੋਂ ਜੀਵਨ ਨੂੰ ਦੇਖ ਕੇ ਲੋਕਾਂ ਨੇ ਮਹਿਸੂਸ ਕੀਤਾ ਕਿ ਅਸੀਂ ਸਾਰੇ ਪੱਖ ਤੋਂ ਤੇ ਮਜ਼ਬੂਤ ਹੁੰਦੇ ਜਾ ਰਹੇ ਹਾਂ ਜੀ। ਸਮਾਜ ਦੇ ਵਿੱਚ ਬਹੁਤ ਸਾਰੀਆਂ ਕੁਰੀਤੀਆਂ ਸਨ ਸਾਡੇ ਵਿੱਚ, ਕਈ ਐਸੀਆਂ ਸਾਡੇ 'ਚ ਕੁਤਾਹੀਆਂ ਅਸੀਂ ਕਰਦੇ ਸੀ, ਜਿਸ ਤਰ੍ਹਾਂ ਸਾਡੀ ਪੁਸ਼ਾਕ ਸਿੱਖੀ ਵਾਲੀ ਨਹੀਂ ਸੀ, ਸਾਡਾ ਰਹਿਣਾ ਸਹਿਣਾ ਸਿੱਖੀ ਵਾਲਾ ਨਹੀਂ ਸੀ। ਬਾਬਾ ਜੀ ਨੇ ਦਿਨ ਰਾਤ ਮਿਹਨਤ ਕਰਕੇ ਸਾਡਾ ਸਿੱਖੀ ਵਾਲਾ ਪਹਿਰਾਵਾ ਦਿੱਤਾ ਜੀ। ਔਰ ਘਰ ਘਰ ਜਾ ਕੇ ਅੰਮ੍ਰਿਤ ਸੰਚਾਰ ਕੀਤਾ। ਅੱਜ ਅਸੀਂ ਸਿੱਖ ਕੌਮ ਦੇ ਵਿੱਚ ਸਿਰ ਉੱਚਾ ਕਰਕੇ ਜੂ ਰਹੇ ਹਾਂ, ਔਰ ਸਿੱਖ ਕੌਮ ਦੇ ਵਿੱਚ ਲੋਕ ਕਹਿੰਦੇ ਹੈ ਕਿ ਇਹ ਬਾਬਾ ਪ੍ਰੇਮ ਸਿੰਘ ਜੀ ਦੇ ਜਿਹੜੇ ਬਾਬਾ ਮੱਖਣ ਸ਼ਾਹ ਲੁਬਾਣੇ ਦੇ ਅਨੁਆਈ ਹੈ, ਇਹ ਬਹੁਤ ਵੱਡੀ ਸ਼ਰਧਾ ਰੱਖਦੇ ਹੈ ਗੁਰੂ ਘਰ ਦੇ ਨਾਲ, ਬਹੁਤ ਵੱਡੇ ਸੇਵਕ ਹੈ, ਬਹੁਤ ਵੱਡਾ ਸਤਿਕਾਰ ਗੁਰੂ ਬਾਣੀ ਦਾ ਕਰਦੇ ਹੈ। ਔਰ ਸੱਚਮੁੱਚ ਵੀ ਇਹ ਹੈ ਕਿ ਜੇ ਸਭ ਤੋਂ ਵੱਧ ਕੋਈ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਏਗਾ ਤੇ ਬਾਬਾ ਪ੍ਰੇਮ ਸਿੰਘ ਦੀ ਨਸੀਹਤਾਂ ਕਰਕੇ ਇਹ ਸਥਾਨ ਜਿਹੜਾ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ। ਸੋ ਇਹ ਸਾਰੀਆਂ ਸੇਵਾਵਾਂ ਜਿਹੜੀਆਂ ਸੀ ਇਹ ਬਾਬਾ ਜੀ ਦੀਆਂ ਵੇਖ ਕੇ ਕੌਮ ਨੇ ਮਹਿਸੂਸ ਕੀਤਾ ਕਿ ਤੁਸੀਂ ਰਾਜਨੀਤੀ ਵਿੱਚ ਵੀ ਆਓ ਜੀ। ਰਾਜਨੀਤੀ ਵਿੱਚ ਤੁਸੀਂ ਹੈਰਾਨ ਹੋਵੋਗੇ, ਅਨਡਿਵਾਈਡਡ ਕੰਟਰੀ ਦੇ ਵਿੱਚ ਬਾਬਾ ਪ੍ਰੇਮ ਸਿੰਘ ਜੀ ਜਿੱਥੇ 1925 ਵਿੱਚ ਹੀ 1922 ਵਿੱਚ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਬਣੀ ਤਾਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮਜ਼ਦ ਹੋ ਗਏ ਮੈਂਬਰ, ਬਾਬਾ ਖੜਕ ਸਿੰਘ ਦੇ ਨਾਲ ਉਹ ਮੈਂਬਰ ਬਣੇ ਜੀ। ਉਦੋਂ ਤੋਂ ਲੈ ਕੇ 1922 ਤੋਂ ਲੈ ਕੇ 1950 ਤੱਕ ਲਗਾਤਾਰ ਜਦ ਤੱਕ ਉਹਦੀ ਜ਼ਿੰਦਗੀ ਰਹੀ ਉਹ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ, ਉਹ ਐਗਜ਼ੈਕਟਿਵ ਦੇ ਮੈਂਬਰ, ਸ਼੍ਰੋਮਣੀ ਕਮੇਟੀ ਦੇ ਮੈਂਬਰ ਰਹੇ ਬਿਨਾਂ ਕਿਸੇ ਮੁਕਾਬਲੇ ਤੋਂ। ਫਿਰ ਲੋਕਾਂ ਨੇ ਇਹ ਵੀ ਸੋਚਿਆ ਕਿ ਅਸੀਂ ਰਾਜਨੀਤਿਕ ਸ਼ਕਤੀ ਕਿੱਦਾਂ ਲਈਏ। ਸੰਤ ਪ੍ਰੇਮ ਸਿੰਘ ਨੂੰ ਅਨਡਿਵਾਈਡਡ ਕੰਟਰੀ ਵਿੱਚ 2 ਵਾਰ MLA ਬਣਾਇਆ ਜੀ, MLA ਬਣੇ ਤੋਂ। ਸੋ ਇਹ ਜਿਹੜਾ ਸਥਾਨ ਹੈ ਇਹ ਮੀਰੀ ਪੀਰ ਦਾ ਸਥਾਨ ਰੱਖਦਾ ਹੈ। ਉਸ ਤੋਂ ਬਾਅਦ 1950 ਤੋਂ ਬਾਅਦ ਬਾਬਾ ਪ੍ਰੇਮ ਸਿੰਘ ਜੀ ਦੀ ਚੜ੍ਹਾਈ ਜਦੋਂ ਕਰ ਗਏ, ਬਾਬਾ ਹਰਨਾਮ ਸਿੰਘ ਜੀ ਸਾਡੇ ਸਤਿਕਾਰਯੋਗ ਪਿਤਾ ਜੀ, ਉਹ ਸੰਤ ਵੀ ਰਹੇ, ਸਿਪਾਹੀ ਵੀ ਰਹੇ। ਉਹਨਾਂ ਨੇ ਵੀ 9 ਚੋਣਾਂ ਲੜੀਆਂ ਜੀ, ਉਹ MLA ਵੀ ਰਹੇ, ਮੰਤਰੀ ਵੀ ਰਹੇ। ਜਿੱਥੇ ਬਾਬਾ ਜੀ ਨੇ ਐਜੂਕੇਸ਼ਨ ਦਾ ਪ੍ਰਸਾਰ ਕੀਤਾ ਸੀ ਤੇ ਬਾਬਾ ਹਰਨਾਮ ਸਿੰਘ ਜੀ ਨੇ ਇਹ ਜਿਹੜਾ ਹੜ੍ਹ ਆਇਆ, ਹੜ੍ਹ ਆਉਂਦੇ ਸੀ ਦਰਿਆ ਦੇ ਵਿੱਚ, ਤੁਸੀਂ ਬੰਨ੍ਹ ਸਾਰਾ ਸੀ ਉਦੋਂ ਬਣਾਇਆ ਜੀ। ਫਿਰ ਸਾਰੀਆਂ ਕੋਈ ਸੜਕ ਨਹੀਂ ਸੀ, ਲਿੰਕ ਰੋਡਸ ਉਹਨਾਂ ਨੇ ਕਢਾਈਆਂ। ਬਿਜਲੀ ਜੇ ਪਹਿਲੀ ਵਾਰੀ ਆਈ ਸੀ ਇੱਥੇ ਬਾਬਾ ਹਰਨਾਮ ਸਿੰਘ ਜੀ ਨੇ ਬਤੌਰ ਮੰਤਰੀ ਲਿਆਂਦੀ। 46 ਜੋ ਟਿਊਬਲ ਸਨ ਉਹ ਸਾਰੇ ਜਿਹੜੇ ਵੱਡੇ ਟਿਊਬਲ ਹੁੰਦੇ ਸੀ ਪਾਣੀ ਲਾਉਣ ਵਾਸਤੇ, ਉਦੋਂ ਦੂਜੇ ਨਹੀਂ ਸੀ, ਮੋਟਰਾਂ ਬੰਬੀਆਂ ਨਹੀਂ ਸੀ, ਉਹ ਜਿਹੜੇ ਸਰਕਾਰੀ ਟਿਊਬਲ ਸੀ 46 ਟਿਊਬਲ ਜਿਹੜੇ ਸੀ ਸਰਕਾਰੀ ਇੱਥੇ ਲਵਾਏ, ਲੋਕਾਂ ਨੂੰ ਹਰਿਆ ਭਰਿਆ ਕੀਤਾ। ਇੱਥੇ ਜ਼ਮੀਨਾਂ ਕੱਲਰ ਸੀ, ਉਹ ਜ਼ਮੀਨਾਂ ਨੂੰ ਆਬਾਦ ਕੀਤਾ। ਇਹ 4 ਪ੍ਰਾਇਮਰੀ ਹੈਲਥ ਸੈਂਟਰ ਬਣਾਏ। ਔਰ ਸਭ ਤੋਂ ਵੱਡੀ ਗੱਲ ਅੱਗੇ ਕਹਿ ਲਓ ਕਿ 2 ਕਾਲਜ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਚੀਫ ਮਿਨਿਸਟਰ ਸੀ, 500 ਸਾਲਾ ਗੁਰੂ ਨਾਨਕ ਸਾਹਿਬ ਦਾ ਮਨਾਇਆ ਜਾ ਰਿਹਾ ਸੀ 1969 ਦੇ ਵਿੱਚ, 2 ਕਾਲਜ ਇੱਕ ਹਲਕੇ ਵਿੱਚ ਗੌਰਮੈਂਟ ਏਡਡ ਲਿਆਉਣਾ, ਇਹ ਸਾਡੇ ਪਿਤਾ ਜੀ ਦੀ ਦੇਣ ਹੈ। ਨਡਾਲਾ ਕਾਲਜ ਔਰ ਬੇਕਵਾਲ ਕਾਲਜ, ਦੋਨੋਂ ਗੌਰਮੈਂਟ ਏਡਡ ਕਾਲਜ ਬਾਬਾ ਹਰਨਾਮ ਸਿੰਘ ਜੀ ਨੇ ਇੱਥੇ ਸਥਾਪਿਤ ਕੀਤੇ। ਸੋ ਕਹਿਣ ਤੋਂ ਭਾਵੇਂ ਕੋਈ ਪੁਲਾਂ ਦੀ ਗੱਲ ਸੀ ਜਾਂ ਸੜਕਾਂ ਲਈ ਰੋਡ ਬਣਾਈਆਂ, ਜਾਂ ਇਸ ਹਲਕੇ ਵਿੱਚ ਜੋ ਕੁਝ ਵੀ ਹੋਇਆ ਉਹ ਬਾਬਾ ਹਰਨਾਮ ਸਿੰਘ ਜੀ ਤੋਂ ਲੈ ਕੇ ਇਸ ਸਥਾਨ ਦੀ ਸੇਵਾ ਵਿੱਚ ਹੀ ਹੋਇਆ। ਹੋਰ ਕਿਸੇ ਪਾਰਟੀ ਨੇ, ਸਿਰਫ ਜਗਤਾਰ ਸਿੰਘ ਮੁਲਤਾਨੀ ਨੇ ਸਾਬੜੀ ਨੂੰ ਭੁਲੱਥ ਐਲਾਨ ਕਰਾਈ ਸੀ ਪਰ ਬਿਲਡਿੰਗ ਨਹੀਂ ਸੀ ਬਣੀ ਕਾਂਗਰਸ ਵੱਲੋਂ। ਜੇ ਸ਼ਹਿਰਾਂ ਦੇ ਸੀਵਰੇਜ ਆਏ ਸਾਰਾ ਕੁਝ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਏ। ਸੋ ਮੈਂ ਸਮਝਦੀ ਹਾਂ ਕਿ ਇਹ ਸਥਾਨ ਦਾ ਮੀਰੀ ਪੀਰ ਦਾ ਸਥਾਨ ਹੈ।